ਲੋ ਜੀ ਹਵਾਲਾ ਭੇਜ ਦਿੱਤਾ ਸਿਕੰਦਰ ਮਿਰਜ਼ਾ ਭਾਈ ਨੇ। ਇਸ ਤੋਂ ਪਹਿਲੇ ਕਿ ਮੈਂ ਫਿਰ ਵਕਫਾ ਕਰਨਾ, 12:40 ਹੋ ਗਏ ਨੇ। ਇਹ ਗੱਲ ਸੁਣ ਲਓ ਜੋਕੂ ਨੇ ਮਿਰਜ਼ਾ ਤਾਹਿਰ ਨੇ ਗੰਦ ਖਿਲਾਰਿਆ। ਰਾਜ ਸਾਹਿਬ ਚਲ ਗਏ ਨੇ। ਇਹ ਰਾਜਾ ਸਾਹਿਬ ਨੇ ਗੱਲ ਸੁਣਾਣੀ ਸੀ ਤੇ ਉਹ ਅੱਲਾਹ ਤਾਲਾ ਨੇ ਕੁਰਾਨ ਪਾਕ ਦੇ ਵਿੱਚ ਅਮਰ ਬਈ ਫਰਮਾਇਆ ਲਾ ਤਕੂਲੂ ਲਿਮਨ ਯੁਕਤਲੂ ਫੀ ਸਬੀਲਿल्लाहि ਅਮਵਾਤ। ਹੁਣ ਅੱਲਾਹ ਦੀ ਰਾਹ ਦੇ ਵਿੱਚ ਜਿਹੜਾ ਆਪਣੀ ਜਾਨ ਦੇ ਦੇਵੇ ਨਾ, ਉਹ ਤੇ ਬੜੀ ਮੁਕੱਦਰਾਂ ਵਾਲੀ ਮੌਤ ਹੁੰਦੀ ਏ। ਉਹਦੇ ਵਾਸਤੇ ਖਾਹਿਸ਼ ਕੀਤੀ ਏ ਅੱਲਾਹ ਤਾਲਾ ਦੇ ਪਾਕ ਬੰਦਿਆਂ ਨੇ, ਖਾਹਿਸ਼ ਕੀਤੀ ਅੱਲਾ ਇਸ ਤਰ੍ਹਾਂ ਦੀ ਮੌਤ ਅਤਾ ਫਰਮਾ ਜਿਹੜਾ ਤੇਰੀ ਰਾਹ ਦੇ ਵਿੱਚ ਹੋਵੇ। ਤੇ ਜਿਹਨੂੰ ਮਿਲ ਜਾਵੇ ਉਹਦੀ ਤੇ ਮਿਰਾਜ ਉਹਨੂੰ ਮਿਲ ਗਈ ਨਾ। ਤੇ ਜਿਹੜਾ ਇਸ ਤਰ੍ਹਾਂ ਦੀ ਗੰਦੀ ਸੋਚ ਰੱਖੇ ਉਹਦੇ ਤੇ ਵੀ ਲਾਨਤ, ਉਹਦੇ ਜੰਮਣ ਵਾਲਿਆਂ ਤੇ ਵੀ ਲਾਨਤ। ਇਹ ਅਸਦ ਬਹਿਰੀਨ ਕੋ ਪੁੱਛੋ, ਉਹਦੇ ਤੇ ਵੀ ਲਾਨਤ, ਉਹਦੇ ਪਿਓ ਤੇ ਵੀ ਲਾਨਤ, ਉਹਦੇ ਦਾਦੇ ਤੇ ਵੀ ਲਾਨਤ, ਦਾਦੇ ਤੱਕ ਜਾਂਦੀ ਲਾਨਤ। ਅੱਛਾ ਜੀ ਸੁਣੋ, ਖੁਤਬਾਤੇ ਤਾਹਿਰ ਜਿਲਦ 7 ਸਫਾ 541 है, 5 अगस्त 1988 का खुतबा है। जैसा कि मैंने बयान किया है, जे गौर नाल सुननी तो ठीक है, नहीं तो मैं फिर अपना काम करा। तो सुनते लगे किन्ना को और नहीं माइक पुट के सारे दसो, हमें जागदे पे आखो एक बार सारे सुभान अल्लाह। ਨਾਰਾ ਤਕਬੀਰ, ਸੁਭਾਨ ਅੱਲਾਹ। ਤੁਸੀਂ ਕਹਿੰਦੇ ਹੋ ਸੁਭਾਨ ਅੱਲਾਹ। ਨਾਰਾ ਸਟੇਜ ਤੇ ਬਹਿ ਕੇ ਸੋਣਾ ਹੋਵੇ ਤੇ ਫਿਰ ਮੈਨੂੰ ਗੱਲ ਸੁਣਾਉਣ ਦੀ ਕਿਹੜੀ ਲੋੜ। ਕਮ ਸੇ ਕਮ ਤੁਸੀਂ ਤੇ ਜਾਗਦੇ ਰਹੋ ਨਾ, ਥੱਲੇ ਵਾਲੇ ਤੇ ਸੁਣਦੇ ਹੀ ਨਹੀਂ। सुनो, और नारा तो मुकम्मल जैसा कि मैंने बात चलाना, जैसा कि मैंने बयान किया है, बाज निशान जाहिर होना शुरू हो गए हैं अल्लाह ताला के फजल से और हम इनको मुरतब कर रहे हैं। जैसा कि मैंने बयान किया, बाज निशान जाहिर होना शुरू हो गया अल्लाह ताला के फजल से और हम इनको मुरतब कर रहे हैं, यानी उन्हें तरतीब दे रहे हैं। इंशाअल्लाह ताला इस साल के अख्ताम तक एक पूरी किताब जमात अहमदिया की सदाकत के मजमून को जाहिर करने वाली शाया होगी। सिकंदर मिर्जा भी जरा किताब भी देखना केड़ी किताब है, वो किताब जी है ना, वो भी देखना केड़ी किताब आंदा पे। मैं असी पूरी किताब अहमदिया जमात अहमदिया सदाकत मजमून नूं जाहिर करने वाली जी शाया की ने फिर कि नहीं की 88 दे। उस किताब में हम उन तमाम वाक़यात को मरतब और मुअल्लफ करके दुनिया के सामने पेश करेंगे। मिसाल के तौर पर छोटा सा वाक़या आपके सामने रखता हूँ। ज़िला शेखुपुरा में एक जगह है शाहकोट। ये कस्बा है जहाँ अहमदियों के चंद घराने हैं और वो चंद दुकानदार हैं जो इस कस्बे में रहते हैं। वहाँ एक साहब थे आशिक सैन नामी, जो सुनहरे का काम करते, जरगर सुनहरे का 1942। 5 अगस्त 1988 का खुतबा, इन्हों नोट कर लो, इन्हों कड्डो ते इन्हां कोल मरज़इयां को पुछो भी ਇਹ ਜਿਹੜੀ ਪੱਖੇ ਵਾਲੀ ਬਿਜਲੀ ਇਹਦਾ ਵੀ ਅਸਮਾਨੀ ਬਿਜਲੀ ਨਾਲ ਤਲਕ ਹੁੰਦਾ ਹੈ ਕਿ ਇਹ ਸਿਰਫ ਔਰ ਸਿਰਫ ਤੁਹਾਨੂੰ ਚੂਨਾ ਲਾਉਣ ਵਾਸਤੇ ਤੇ ਤੁਹਾਨੂੰ ਭੌਂਟਣੀ ਦੇਣ ਵਾਸਤੇ, ਤੁਹਾਡੀ ਭੰਬੀਰੀ ਭੌਣ ਵਾਸਤੇ ਮਿਰਜ਼ਾ ਤਾਹਿਰ ਨੇ। ਹਾਂ ਮੈਂ ਕਰ ਦੇਣਾ देखने को मर्जी चुक देते हैं नहीं, अगर किसी की मौत आई हो चुक लिया तो फिर भैड़ी ही बननी। कैसे दजाल ने, ऐसा वो दजाल सी कि अगू अपनी औलाद भी दजालां दी छड्ड गया, पुत्र भी यही काम करता रहा ते अगू पोतरा भी यही काम पे करता। मैं और भी तुहानू एक हाँ जी बिल्कुल याद है जवाब की भाई मैं इन्हां दे एक ग्रुप दे विच किसे बंदे ने मैंने ऐड कीता है। ਉਹ ਇਹਨਾਂ ਦਾ ਬੜਾ ਪ੍ਰਾਈਵੇਟ ਜਿਹੜਾ ਹੈ ਨਾ ਗਰੁੱਪ ਹੈ ਤੇ ਉਸ ਦੇ ਵਿੱਚ ਅਕਸਰ ਮੈਂ ਜਿਹੜਾ ਨਾ ਤੁਸੀਂ ਕੋ ਦੱਸਣਾ ਨਾਮ ਚਾਹਦਾ, ਉਹ ਮੌਲਾਨਾ ਅਸ਼ਰਫ ਹੈ ਨਾ, ਅਸ਼ਰਫੀ ਉਹ ਅਗਲੇ ਦਿਨ ਕਿਦਾਂ UAE ਚ ਆਇਆ ਦੁਬਈ ਦੇ ਵਿੱਚ, ਤੇ ਉਸ ਮਿਰਜ਼ੇ ਮਸਰੂਰ ਨੂੰ ਜਿਹੜਾ ਹੈ ਨਾ ਮੋਬਾਈਲ ਦਾ ਚੈਲੰਜ ਕੀਤਾ ਹੈ। और फिर उस मैसेज लिखे हुआ है कि उसने बहुत जी ना शातमियत की है जी मिर्ज़ा मसरूर साहब दी और पूरी जमात दे जेड़े इन्हां दे अकाबरीन हैं। ते फिर अगां ये भी नाल लिखे हुआ है कि चलो ये तो खैर है, तो ईसाई लोग जेड़े इन्हां दा है अपना गल भाई फलाने ते कर देन। ते ओ मैं तुहानू दा फोटो जेड़ा ना उस ਜਿਹੜਾ ਨਾ ਸੈਂਡ ਕਰੇ ਸੀ। ठीक, मैं पे कहना कि ये जो कोई इस तहरीर दे विच दजल और फरेब किया गया है, क्या सुनन वाली मेरी आवाज
ਮੇਰੀ ਆਵਾਜ਼ ਸੁਣਨ ਵਾਲਾ ਕੋਈ ਵੀ ਬੰਦਾ ਐਸਾ ਨਹੀਂ ਕਿ ਜਿਹੜਾ ਸ਼ਾਹਕੋਟ ਦੇ ਉਸ ਆਸ਼ਿਕ ਹੁਸੈਨ ਜ਼ਰਗਰ ਸੁਨਿਆਰੇ ਦੇ ਬੇਟਿਆਂ ਤੱਕ ਮੇਰਾ ਪੈਗਾਮ ਪਹੁੰਚਾਏ ਕਿ ਇਹ ਮਿਰਜ਼ਾ ਤਾਹਿਰ ਝੂਠ ਬੋਲ ਕੇ ਕਹਿਣ ਲੱਗੇ ਆ ਕਿ ਤੁਹਾਡੇ ਬਾਪ ਨੇ ਆਖਿਆ ਕਿ ਅਸੀਂ ਇਹਨਾਂ ਦਾ ਮੁਬਾਹਲਾ ਹੁਣੀ ਹੱਥੇ ਕਰਨੇ ਆ, ਤੇ ਇੰਜ ਹੀ ਬਿਲਕੁਲ ਇਸ ਤਹਿਰੀਰ ਤੋਂ ਸਾਬਤ ਪਿਆ ਕਰਦਾ ਹੈ ਕਿ ਉਹ ਮੁਬਾਹਲਾ ਉਹ ਕਬੂਲ ਕੀਤਾ ਤੇ ਉਹ ਬਿਜਲੀ ਦਾ ਕਰੰਟ ਲੱਗਾ ਤੇ ਮੁਬਾਹਲੇ ਦੇ ਨਤੀਜੇ ਚ ਹਲਾਕ ਹੋ ਗਿਆ ਆਸ਼ਿਕ ਹੁਸੈਨ। ਕਿਆ ਤੁਹਾਡਾ ਦਿਲ ਨਹੀਂ ਕਰਦਾ ਕਿ ਤੁਸੀਂ ਇੱਕ ਵੀਡੀਓ ਬਣਾ ਕੇ ਆਪਣੇ ਬਾਪ ਦੀ ਇੰਤਕਾਲ ਦੀ ਪੂਰੀ ਕੈਫੀਅਤ ਬਿਆਨ ਕਰੋ ਔਰ ਇਸ ਬੇਗੈਰਤੀ ਦਾ ਰੱਦ ਕਰੋ ਜਿਹੜਾ ਤੁਹਾਡੇ ਬਾਪ ਦੇ ਉੱਤੇ ਤੁਹਮਤ ਲਾਈ ਗਈ ਹੈ ਕੋਈ ਬੰਦਾ ਜਿਹੜਾ ਮੇਰੀ ਆਵਾਜ਼ ਸ਼ਾਹਕੋਟ ਤੱਕ ਪਹੁੰਚਾਏ? ਆਸ਼ਿਕ ਹੁਸੈਨ ਸੁਨਿਆਰਾ 1988 ਚ ਫੌਤ ਹੋਇਆ ਹੈ ਤੇ ਹੁਣ ਇਸ ਗੱਲ ਨੂੰ 26 ਤੇ 12 38 ਸਾਲ ਹੋ ਗਏ ਨੇ। ਹੁਣ ਤੇ ਬੱਚੇ ਵੀ ਉਹਨਾਂ ਦੇ ਬੁੱਢੇ ਹੋਏ ਹੋਣਗੇ। ਚਲੋ ਬੱਚੇ ਉਹਨਾਂ ਦੇ ਜਾਂ ਪੋਤਰੇ ਉਹਨਾਂ ਦੇ ਇਹ ਦੱਸੋ ਵੀ ਇਹ ਬੱਚਾ ਕੌਣ ਹੈ? ਪਹਿਲਾਂ ਇਹ ਦੱਸ ਲਓ, ਮੇਰੀ ਗੱਲ ਨੂੰ ਛੱਡੋ ਜੀ, ਦੱਸੋ ਜੀ ਕੌਣ ਹੈ ਬੱਚਾ? ਇਹ ਜਿਸ ਬੱਚੇ ਦੀ ਗੱਲ ਸੁਣਾਈ ਜਾ ਰਹੀ ਹੈ ਉਹੀ ਹੈ। ਕਿਹੜਾ ਬੱਚਾ? ਤਾਹਿਰ, ਮਿਰਜ਼ਾ ਤਾਹਿਰ ਹੈ। ਅੱਛਾ ਇਹ ਮਿਰਜ਼ਾ ਤਾਹਿਰ ਨਿੱਕਾ ਹੁੰਦਾ ਤਾਂ ਇਹ ਹਰਕਤਾਂ ਇਹੋ ਜਿਹੀਆਂ ਕਰਦਾ ਸੀ। ਹਾਂ ਜੀ। ਠੀਕ ਹੈ। ਨਹੀਂ ਯਾਰ ਮੈਨੂੰ ਤੇ ਇਹ ਲੱਗਿਆ ਕੋਈ ਖੁਸਰਾ ਵੀ ਤੁਸੀਂ ਪਗੜੀ ਪਹਾੜੀ ਨੂੰ ਕੌਣ ਹੈ ਖੁਸਰਾ? ਫੰਕਸ਼ਨ ਤੇ ਚੱਲਾ ਹੈ। ਅੱਛਾ ਬਹਰਹਾਲ ਵੈਸੇ ਸਵੇਰੇ ਮੇਰਾ ਉਸਤਾਦ ਜੀ ਕਹਿਣਾ ਤੁਸੀਂ ਵੇਖਿਆ ਉਹ ਕੋਈ ਜਨਾਨੀ ਆ ਕੇ ਲੱਗੀ ਸੀ ਕਿ ਮੈਂ ਤਜਨੀਦ ਕਾਰਡ ਬਣਵਾਏ, ਮੇਰੀ ਕਹਿਣ ਤੇ ਇਹ ਬਣਾਇਆ ਤੇ ਇਹ ਲੋਕਾਂ ਨੇ ਲਾਂਤੀ ਨੇ ਮੇਰਾ ਚੰਦਾ ਬੰਦ ਕਰ ਛੱਡਿਆ, ਇਹਦੀ ਫਲਾਨੀ ਢਿੰਗਣੀ ਜਮਾਤ ਦੀ ਤੁਸੀਂ ਕੀ ਉਹ ਸਬਜ਼ ਦੀ ਆਈਡੀ ਹੈ ਉਹ ਹੀ ਨੇ ਅਮਰ ਭਾਈ ਪਤਾ ਨਹੀਂ ਕਿਹਦੀ ਹੋ ਰਹੇ ਅਕਬਰ ਦੀ ਚੌਧਰੀ ਦੀ ਭੈਣ ਤੇ ਕਿਹਦੀ ਉਹ ਹੀ ਜਿਨ੍ਹਾਂ ਦਾ ਜ਼ਿਹਨ ਨਹੀਂ ਕੰਮ ਕਰਦਾ। ਅੱਛਾ ਕੋਈ ਨਾ। ਬਾਰਕੈਫ ਇਹ ਜਿਹੜੀ ਮੈਂ ਗੱਲ ਸੁਣਾਈ ਹੈ ਇਹਦੇ ਤੇ ਗੌਰ ਫਰਮਾਓ। ਇਹਦਾ ਹਿੱਸਾ ਇੰਨਾ ਕੱਟ ਕੇ ਰਿਕਾਰਡਿੰਗ ਅਗਾਂ ਫਾਰਵਰਡ ਕਰੋ ਤੇ ਇਹਨੂੰ ਸ਼ਾਹਕੋਟ ਤੱਕ ਪਹੁੰਚਾਓ। ਆਸ਼ਿਕ ਹੁਸੈਨ ਸੁਨਿਆਰੇ ਦੇ ਜਿਹੜੇ ਬੇਟੇ ਨੇ ਜਾਂ ਉਹਨਾਂ ਦੇ ਪੋਤੇ ਨੇ ਉਹਨਾਂ ਤੱਕ ਇਹ ਗੱਲ ਜਾਏ। ਉਹ ਇਹਨੂੰ ਸਾਹਮਣੇ ਜਿਹੜਾ ਮੈਂ ਰੈਫਰੈਂਸ ਦਿੱਤਾ ਹੈ ਇਹਨੂੰ ਸਾਹਮਣੇ ਰੱਖ ਕੇ ਤੇ ਇਹਨੂੰ ਝੂਠਾ ਸਾਬਤ ਕਰਕੇ ਆਪਣੇ ਬਾਪ ਦੀ ਜਿਹੜੀ ਅਸਲ ਫੌਤ ਹੋਣ ਦੀ ਕੈਫੀਅਤ ਹੈ ਉਹ ਉਸ ਜਲੂਸ ਵਗੈਰਾ ਦਾ ਜਿਹੜਾ ਡਰਾਮਾ ਇਹਨੇ ਵਿੱਚ ਸ਼ਾਮਲ ਕੀਤਾ ਹੈ ਕਿ ਉਹ ਜਲੂਸ ਲੈ ਕੇ ਆ ਰਹੇ ਸੀ ਤੇ ਉਹ ਫਿਰ ਉਹਨੇ ਆਖਿਆ ਖਲੋ ਜੋ ਮੈਂ ਆਇਆ ਤੇ ਉਹ ਮੈਂ ਛੋਟਾ ਜਿਹਾ ਕੰਮ ਹੈ ਦੁਕਾਨ ਤੇ ਉਹ ਕਰ ਆਵਾਂ ਤੇ ਦੁਕਾਨ 'ਚ ਗਿਆ ਤੇ ਪੱਖਾ ਚਲਾਇਆ ਤੇ ਪੱਖਾ ਜਿਹੜਾ ਉਹ ਬਿਜਲੀ ਉਹਦੇ 'ਚ ਆ ਗਈ ਤੇ ਬਿਜਲੀ ਦਾ ਤਲਕ ਸਮਾਨ ਨਾਲ ਇਹ ਵੀ ਇੱਕ ਕਹਿਰੀ ਨਿਸ਼ਾਨ ਹੈ। ਇਹ ਜੋ ਕੁਝ ਇਹਨੇ ਨੌਨਸੈਂਸ ਗੱਲਾਂ ਕੀਤੀਆਂ ਨੇ ਇਹਨਾਂ ਦਾ ਜਵਾਬ ਦੇਣਾ ਤੁਹਾਡਾ ਫਰਜ਼ ਨਹੀਂ? ਕਿਆ ਤੁਹਾਡਾ ਦਿਲ ਨਹੀਂ ਕਰਦਾ ਕਿ ਤੁਹਾਡੇ ਬਾਪ ਦਾ ਨਾਂ ਲੈ ਕੇ ਉਹਦੇ ਉੱਤੇ ਐਡੀ ਵੱਡੀ ਤੋਹਮਤ ਲਾਈ ਗਈ ਤੇ ਇਹਦਾ ਰਿਬਟਲ ਦਿਓ ਤੇ ਉਹ ਵੀਡੀਓ ਅਸੀਂ ਇੱਥੇ ਸ਼ੇਅਰ ਕਰੀਏ, ਮਿਰਜ਼ੋਟਿਆਂ ਦੇ ਮੂੰਹ ਦੇ ਉੱਤੇ ਮਾਰੀਏ ਕਿ ਮਿਰਜ਼ੋਟਿਓ ਇਹ ਜੇ ਔਲਾਦ ਦਾ ਕੰਮ ਹੈ। ਚੌਥੇ ਖਲੀਫਾ ਨੂੰ ਝੂਠ ਬੋਲਿਆ। ਇਹਦਾ ਔਲਾਦ ਨੂੰ ਗੈਰਤ ਕਰਨੀ ਚਾਹੀਦੀ ਆਪਣੇ ਪਿਓ ਸੇ। ਇਹ ਥੱਲੇ ਜਿਹੜੇ ਬੰਦੇ ਪੇ ਸੁਣਦੇ ਨੇ ਇਹਨਾਂ 'ਚ ਕੋਈ ਬੰਦਾ ਸ਼ੇਖੂਪੁਰੇ ਦੇ ਇਲਾਕੇ ਦਾ ਨਹੀਂ ਹੈ। ਸ਼ੇਖੂਪੁਰੇ ਦਾ ਜਾਂ ਫੈਸਲਾਬਾਦ शेखुपुरे ਦਾ ਉਹ ਕਾਲੂ ਮਰਜ਼ਈਆ ਹੈ ਨਾ, ਮਰਜ਼ੋਟਾ ਹੈ ਨਾ ਸ਼ੇਖੂਪੁਰ ਦਾ ਸ਼ਾਹਕੋਟ ਮੈਂ 15-20 ਕਿਲੋਮੀਟਰ ਹੋਣਾ ਸ਼ੇਖੂਪੁਰੇ ਤੋਂ। ਹਾਂਜੀ ਸ਼ੇਖੂਪੁਰੇ ਤੋਂ ਬਾਈਪਾਸ ਰੱਖਜਾਨ ਭਾਈ ਇਹ ਹਵਾਲਾ ਸਾਹਮਣੇ ਲੱਗਾ ਹੈ। ਰੱਖਜਾਨ ਭਾਈ ਹਵਾਲਾ ਸਾਹਮਣੇ ਲੱਗਾ ਹੈ, ਇਹਨੂੰ ਨੋਟ ਕਰ ਦਿਓ ਹਵਾਲੇ ਨੂੰ। ਹਵਾਲਾ 5 ਅਗਸਤ 1988 ਦਾ ਖੁਤਬਾ ਹੈ ਤੇ 7ਵੀਂ ਜਿਲਦ ਜਿਹੜੀ ਮਿਰਜ਼ਾ ਤਾਹਿਰ ਦੇ ਖੁਤਬਿਆਂ ਦੀ ਜਿਲਦ ਨੰਬਰ 7 ਉਹਦੇ ਵਿੱਚ ਇਹਨੂੰ ਨੋਟ ਕਰੋ ਤੇ ਆਪਣਾ ਕੋਈ ਦੋਸਤ ਤਲਾਸ਼ ਕਰੋ ਉੱਥੇ ਦਾ। ਮੈਂ ਅੱਗੇ 5-6 ਸਾਲ ਪਹਿਲੇ ਮੈਂ ਦੱਸਿਆ ਮੇਰੇ ਇੱਕ ਦੋਸਤ ਨੇ ਕਮਰ ਸੁਲਤਾਨ ਮਰਗਾਨਾ ਸਾਹਿਬ, ਉਹ ਐਡਵੋਕੇਟ ਨੇ ਤੇ ਉਹਨਾਂ ਦਾ ਇੱਕ ਕੁਲੀਗ ਸੀ ਉਹਨਾਂ ਦੇ ਨਾਲ ਤੇ ਉਹ ਸੀ ਉੱਥੇ ਦਾ ਸ਼ਾਹਕੋਟ ਦਾ ਤੇ ਉਹਨਾਂ ਤੱਕ ਉਹ ਗੱਲ ਪਹੁੰਚਾਈ ਸੀ, ਲੇਕਿਨ 5-6 ਸਾਲ ਪੁਰਾਣੀ ਗੱਲ। ਪਰ ਉਦੋਂ ਚਲੋ ਇੰਨਾ ਕਮਿਊਨੀਕੇਸ਼ਨ ਨਹੀਂ ਸੀ ਹੈ। ਹੁਣ 5-6 ਸਾਲ ਗੁਜ਼ਰਨ ਨਾਲ ਹੋਰ ਜ਼ਿਆਦਾ। ਹੁਣ ਤੇ ਮੋਬਾਈਲ ਉੱਤੇ 5 ਮਿੰਟ 'ਚ ਵੀਡੀਓ ਬਣ ਜਾਂਦੀ ਹੈ ਨਾ। 5-6 ਸਾਲ ਪਹਿਲਾਂ ਨਾ ਟਿਕਟਾਕ ਸੀ ਨਾ ਮੋਬਾਈਲ ਦੇ ਇੰਨਾ ਯੂਜ਼ ਸੀ, ਇਹ ਜਿਹੜੀ ਸਕਰੀਨ ਵਾਲਾ
ਤੇ ਹੁਣ ਅਗਰ ਇਹ ਸਾਡੀ ਆਵਾਜ਼ ਉੱਥੇ ਪਹੁੰਚ ਜਾਏ ਤੇ ਉਹਨਾਂ ਦਾ ਬੇਟਾ ਜਾਂ ਉਹਨਾਂ ਦਾ ਪੋਤਾ ਉਹ ਇੱਕ ਵੀਡੀਓ ਮੋਬਾਈਲ ਨਾਲ ਬਣਾ ਕੇ ਸਾਨੂੰ ਸੈਂਡ ਕਰ ਦੇਵੇ ਤੇ ਦੱਸ ਦੇਵੇ ਕਿ ਬਈ ਉਹਨਾਂ ਦੇ ਵਾਲਿਦ ਦੇ ਨਾਲ ਅਸਲ ਵਾਕਿਆ ਕੀ ਹੋਇਆ ਤੇ ਮਿਰਜ਼ਾ ਤਾਹਿਰ ਲੋਕਾਂ ਨੂੰ ਧੋਖਾ ਦੇਣ ਵਾਸਤੇ ਕੀ ਫਰਾਡ ਕਰ ਰਿਹਾ ਦੇ ਵਿੱਚ, ਅਸੀਂ ਉਹਨੂੰ ਸ਼ੇਅਰ ਕਰੀਏ ਤੇ ਮਿਰਜ਼ਾਈਅਤ ਬੇਨਕਾਬ ਹੋਵੇ। ਇਹ ਉਹਨਾਂ ਵਾਸਤੇ ਕੱਲ ਨੂੰ ਅੱਲਾ ਸਦਕਾ ਜਾਰੀਆ ਬਣਾਏਗਾ। ਜਿਹੜਾ ਬੰਦਾ ਕਿਸੇ ਠੋਕਰ ਤੋਂ ਬਚਾਉਂਦਾ ਕਿਸੇ ਨੂੰ ਤੇ ਅੱਲਾਹ ਤਾਲਾ ਉਹਦੇ ਵਾਸਤੇ ਸਦਕਾ ਜਾਰੀਆ ਬਣਾਉਂਦਾ ਇਲਮੇ ਨਾਫੇ। ਵਰਨਾ ਇਹ ਵਾਕਿਆ ਪੜ੍ਹ ਕੇ ਕੋਈ ਮਿਰਜ਼ਾਈ ਵੀ ਗੁੰਮਰਾਹ ਹੋ ਸਕਦਾ, ਜਿਹੜਾ ਬੇਵਕੂਫ ਬਗਲੋਲ ਜਾਂ ਮਿਰਜ਼ਾਈ ਆਖਦਾ। कैसा ईमानी रूहानी वाकया लिखा है मिर्जा ताहिर साहब ने, ऐसा ईमान अफरोज वाकया लिखा है। वो आशिक सैन जो था वो तो आप बता रहे हैं कि उलमा का ये वाकया क्या है भाई? वाकया ये है कि शाहकोट एक गांव है शेखुपुरा से, को कह रहे हैं 40-50 किलोमीटर दूर। वहां का एक सुनयारा था, जरगर, सोने का काम करने वाला, आशिक हुसैन उसका नाम था। उस आशिक हुसैन के बारे में मिर्जा ताहिर ने, आपके चौथे खलीफा ने, ये 5 अगस्त 1988 के खुतबे में झूठ बोला हुआ है और ये कहा हुआ है कि वो जो मोबाइल का चैलेंज मिर्जा ताहिर कहता है कि मैंने दिया था यहाँ पर, उसने कहा कि आओ आज इनका मोबाइल का चैलेंज कबूल करते हैं। और उन्होंने जुलूस निकाला और वो जुलूस निकाल कर आ रहे थे तो वो आशिक सैन कहता है कि मैं ज़रा 2-4 मिनट के लिए अपनी दुकान से होकर आया, दुकान पर एक छोटा सा काम है। वो दुकान में गया, वहाँ बिजली वाला पंखा ऑन किया तो बिजली वाले पंखे से उसकी करंट लगने से डेथ हो गई। तो मिर्ज़ा ताहिर कहता है कि ये जो बिजली होती है ना, ये भी बिजली की मौत भी एक कहरी निशान है, क्योंकि बिजली का तल्लक आसमान से है। ये जो पंखा है, पंखे के अंदर जो बिजली आती है, इसका तल्लक आसमान से है। राहिल साहब नहीं, बिल्कुल नहीं, इलेक्ट्रिसिटी अलग मामला वो कहते नहीं, लेकिन आपको फुद्दू बनाने के लिए वो कह रहा है कि बिजली का तल्लक आसमान से होता है ना, इसलिए ये एक कहरी निशान है। अगर बिजली की शॉर्ट से, बिजली के करंट से उसकी डेथ हुई है आशिक हुसैन की, ये भी अंदर एक कहरी निशान रखता है। साबित करता है ये कि उसने हमारे खिलाफ मुबाले का चैलेंज कबूल करने की जो सही की है, कोशिश की है, उस वजह से उसकी डेथ हुई है। ये वो कहना चाह रहा है मिर्जा ताहिर। आमर भाई शाहकोट दे अगे कोई एड्रेस है? शाहकोट काफी पिंड लगदे ने। यकीनी तौर पे मैं समझना कि शाहकोट एक वड्डा कस्बा होएगा, लेकिन उत्थे तो है, एक मिनट है जी साहब। बिलाल अपना बाबर भाई, शाहकोट के अंदर जो सुनयारा बाजार है ना, उसके अंदर अभी भी उनकी दुकान है। एज फार आई नो, जो मुझे कमर सुल्तान मगियाना ने बताया था कि अभी भी शायद उनकी दुकान है सुनयारे की उसके अंदर। अगर आप सुनयारा बाजार चले, जैसे गुजरात में हमारे सुनयारा बाजार है, मेरा ख्याल है शाहकोट में भी सुनयारों का बाजार होगा। वहां आप जाएंगे तो वहां आप पूछेंगे कि यहाँ आशिक हुसैन जिनकी 1988 में मौत हुई है बिजली का करंट लगने से, उनकी दुकान कौन सी है, लग जाएगा पता। थोड़ा पुराना बंदा चाहिए जो 1988 के बंदों को जानता हो। नए लड़के से पूछेंगे वो कहेगा मुझे क्या पता। ऐसा चाहिए बुढ़ा बंदा जो 1988 से वहां उस बाजार में दुकान वगैरह का काम करता, तो उसको तो जरूर पता होगा। ठीक है, मिल जाएगा एड्रेस। कोशिश करें ये पैगाम उन तक पहुंचाएं और उनको कहें कि आपके वालिद के बारे में, आपके दादा के बारे में मिर्जा ताहिर ने ये फ्रॉड किया हुआ है। अपनी किताब में तौहीन अमेज बात लिखी हुई है। आपको जागना चाहिए, ये आप पर एक कर्ज है। हमने पहले भी 4-5 साल पहले आप तक ये पैगाम पहुंचाया था। अल्लामा साहब, सब कुछ पॉसिबल है, एवरीथिंग इज पॉसिबल। हो सकता है, पॉसिबिलिटी तो है। हाँ जी विरक साहब है, मैं भेजा है शाहकोट मैसेज, जो तू आ जाता जवाब तो फिर वेखने आ ਤੁਹਾਡੀ ਜਿਹੜੀ ਹੈ ਨਾ ਫਲੋਰਿਸ਼ਿੰਗ, ਤੁਹਾਡੀ ਜਿਹੜੀ ਸਾਨੂੰ ਨਜ਼ਰ ਆ ਰਹੀ ਹੈ। ਦੇਖੋ ਤੁਸੀਂ ਕਿੰਨੇ ਫਲੋਰਿਸ਼ ਕੀਤੇ ਹੋ। ਪਹਿਲਾਂ ਤੁਸੀਂ ਕਾਦੀਆਂ ਤੋਂ ਫਲੋਰਿਸ਼ ਕਰਕੇ ਰਬਵੇ ਆ ਗਏ, ਰਬਵੇ ਤੋਂ ਫਲੋਰਿਸ਼ ਕਰਕੇ ਤੁਸੀਂ ਇੰਗਲੈਂਡ ਆ ਗਏ, ਹੁਣ ਇੰਗਲੈਂਡ ਤੋਂ ਫਲੋਰਿਸ਼ ਕਰਕੇ ਤੁਸੀਂ ਮੇਰਾ ਖਿਆਲ ਹੈ ਅਫਰੀਕਾ ਚਲ ਜਾਣਾ। ਹਾਂਜੀ, ਇੰਨਾ ਤੁਹਾਡਾ ਕਾਦੀਆਂ ਦੇ ਵਿੱਚ ਜ਼ੋਰ ਹੁੰਦਾ ਸੀ ਕਿ ਤੁਸੀਂ ਲੋਕਾਂ ਨੂੰ ਕਹਿੰਦੇ ਸੀ घर से इस गांव से बाहर जाकर रहायश रखें, कादियान से बाहर जाकर रहायश। अब आप इतने फ्लोरिश कर गए हैं, अब आपको हुक्म दिया जाता है कि आप रबवे से बाहर जाकर रहायश रखें।
पाकिस्तान से बाहर जाकर रहायश रखें, मलेशिया चले जाएं, श्रीलंका चले जाएं, शर्म नहीं आती ये बातें लिखते हुए कि ये फ्लोरिशिंग है? कोई शर्म नाम की चीज है आप लोग? कौन सी टीठ मिट्टी से आप बने हैं? हाँ, हमने क्या अचीव करना है? हमने, हमारी अचीवमेंट अल्लाह की रहमत और तौफीक से हमारे हाथ में, हमने अचीव कर लिया है। आपको मुस्लिम उम्मत से धकेल कर बाहर निकाल दिया है, मुस्लिम उम्मत का आप हिस्सा नहीं है, मुसलमानों के ममालिक में आप कदम नहीं रख सकता, आपका सरबरा किसी इस्लामिक कंट्री में पैर नहीं रख सकता। इसको कोई गल्फ कंट्री क्यों नहीं जाता? दुबई क्यों नहीं जाता? कतर, कुवैत, मस्कत क्यों नहीं जाता? इधर यूके में, यूएसए में, कनाडा में घूमता है, जर्मनी में आता है, उधर क्यों नहीं जाता किसी इस्लामी मुल्क में? ये अचीवमेंट नहीं है हमारी कि ये किसी इस्लामी मुल्क में पांव तक नहीं रख सकता? जो मुसलमानों को इस्लाम से निकालने का जोम लेकर उठे थे, अब वो किसी मुस्लिम कंट्री में पैर नहीं रख सकता अपना। और हमारी कौन सी अचीवमेंट होनी चाहिए जी? बाकी अल्लाह ताला ने किसी को अगर जिंदा रखना है तो वो मालिक की मर्जी है, वो हमें और देखना चाहता है कि हम और इस पर कितना इस्तकामत का मुजाहरा करते हैं। मारता और जिंदा रखता अल्लाह ही है। जब तक वो जिंदा रखना चाहे कोई मार नहीं सकता, जब वो मारना चाहे कोई जिंदा नहीं रख सकता। हमारा तो ये है, हमारे जुम्मे ये है कि हमारी जितनी मेहनत होगी अल्लाह ताला उसका उतना सिला देगा। हमारे लोगों ने आपको धकेल कर मुस्लिम उम्मत से किक आउट कर दिया, और ना सिर्फ किक आउट किया बल्कि आपके लिए अल्लाह की जमीन ही तंग हो गई है। ना आप यहां किसी इस दुनिया में किसी का सामने बैठ सकते हैं, ना आप किसी इस्लामिक कंट्री में पैर रख सकते हैं, ना पाकिस्तान में आपकी जिंदगी पुरसकून है। जिल्लत और रुसवाई की जिंदगी है। देखना एक हवाला और मैंने देना है यार, किधर गया मोबाइल दूसरा? मैं उठन लगा सी, नमाज का टाइम है, पर मैं इन्होंने एक हवाला ना और दे ही देवा, इन्होंने ठंड नहीं पैंदी ना। मलक इमरान ਨੂੰ ਪਾਸਪੋਰਟ ਮਿਲਿਆ ਹੈ, ਦੇਖੋ कैसियां बरकतां ने हैं। क्योंकि मलक इमरान ने पासपोर्ट बड़ी पी कट के लिया है। कैन यू प्रीच मी अबाउट योर इस्लाम? यू ओनली डू रद्द कादियानियत। माई इस्लाम इज दिस, ला इलाहा पहले, इल्लल्लाह बाद में। माई इस्लाम इज दिस वन, पहले रद्द कादियानियत, फिर अपने नबी की तारीफें। कल रात को हम अपने नबी के ऊपर सलाम पढ़ रहे थे, आपने नहीं सुना? मिर्जाई यहाँ पर आकर नीचे कह रहे थे सल्लल्लाहु अलैहि वसल्लम, जब हम रात को कह रहे थे ना, या नबी सलाम अलैका, या रसूल सलाम अलैका, या हबीब सलाम अलैका, सलवातुल्लाह अलैका। कल रात को हम पढ़ रहे थे अपने नबी पर सलाम, लेकिन रात को पढ़ते हैं अपने नबी पर सलाम, दिन भर भेजते हैं लानत बर दुश्मन मोहम्मद। दिन भर हम मोहम्मद सल्लल्लाहु अलैहि वसल्लम के दुश्मनों पर लानत भेजते हैं, रात को प्यारे नबी सल्लल्लाहु अलैहि वसल्लम पर सलामती पढ़ते। अच्छा सुन ले बात, ये जो मैंने अखबार का स्कैन लगाया, ये 31 अगस्त 1938 का है, ठीक है जी। कल ये इसको दे रहे थे हवाला नईम भाई रहील साहब को, सुनना जरा। कहता है बशीरुद्दीन महमूद अहमद, कहता है जब कोई शख्स एक सच्चाई पर एतराज करता है उसे लाजमन दूसरी सच्चाइयों पर भी एतराज करना पड़ता है। खातम मिस्री साहब को सबसे पहले मेरी खिलाफत में नकायस नजर आए, सबसे पहले मिस्री साहब को मेरी खिलाफत में नकायस नजर आया। अब उसका ये लाजमी नतीजा है कि हकीम नूरुद्दीन पर भी उनका हमला हो, क्योंकि जिस तरह मैं खलीफा हूं, सुन तो लेना वेरिक साहब, सट ते सुनो। इज अल्लाह टॉक एंड लिसन इन योर इस्लाम प्लीज? यस यस, ऑलवेज टॉक एंड लिसन। ही लिसन्स अस एंड वी टॉक टू हिम। पर ये नहीं हम कहते कि कसरत मकालमा मखातबा का नाम नबूवत हो गया, ये हम बेगैरती नहीं करते। हम सबसे अल्लाह ताला
सब के अल्लाह ताला रहनुमाई करता है, सब की अल्लाह ताला मदद करता है, सब की अल्लाह ताला पुकारें सुनता है। बल्कि हमारा तो अकीदा है ये, अम्मन युजीबुल मुज़्तर्र इज़ा दाउ व यक्शिफुस सू व यजअलुकुम खुलफाअल अर्ज़ अइलाहुम मअल्लाह। ये हमारा अकीदा है। हमारी वो सुनता है, उसके अलावा सुनता ही कोई नहीं। हम उसके अलावा किसी को पुकारते ही नहीं। हमारी वो सुनता भी है, हम उसके आगे पुकारें भी करते हैं, उसको अपनी सुनाते भी हैं। वो हमारी सुनता भी है और रिस्पॉन्ड भी करता है, लेकिन हम झूठा नबूवत का दावा नहीं करते। ये बेशर्मी नहीं हम करते। बात मुझे कर लेने दें, 2 मिनट सुन लें। आपका खलीफा कहता है कि जिस तरह मुझ पर हमला किया ना मिस्रियों ने, ऐसे ही हकीम नूरुद्दीन पर भी उनका हमला होना चाहिए। क्योंकि जिस तरह मैं खलीफा हूं उसी तरह वो भी खलीफा थे, हकीम नूरुद्दीन साहब भी। जिस तरह मैं ये कहता हूं कि खुदा ताला ने मुझे खलीफा बनाया है, कभी किसी इंसान ने नहीं बनाया। हाँ जी शेख साहब, क्या हाल है सजनों? जिस तरह मैं ये कहता हूं कि मुझे खुदा ताला ने खलीफा बनाया है, किसी इंसान ने नहीं बनाया। इसी तरह हकीम नूरुद्दीन साहब भी कहा करते थे कि मुझे खुदा ने खलीफा बनाया है और किसी इंसान की ये ताकत नहीं कि मुझे खिलाफत से मजूल करे। फिर आप ये भी फरमाया करते थे कि जो शख्स मेरी खिलाफत पर एतराज करेगा वो इबलीस बन जाएगा, और जब मैं मर जाऊंगा तो फिर वही खड़ा होगा जिसको खुदा चाहेगा, और खुदा उसको आप खड़ा करेगा। ये केड़ी आयत दे तहत गल्लां कर रहा है तुहाडा खलीफा? और किस आयत में ये लिखा हुआ है कि खलीफा खुदा बनाता है? खुदा के अलावा कोई बंदा किसी को खलीफा नहीं बना सकता। कौन सी आयत है विरक साहब? जरा आयत का रेफरेंस देना थले। विरक साहब उत्ते नहीं आ सकते, लत्तां नहीं भार चुकदियां, ते थले ही लिख के दस दियो केड़ी आयत दे तहत तुहाडा खलीफा कह रहा है कि खलीफा सिर्फ खुदा बनाता है, कोई इंसान नहीं बना सकता। और हकीम नूरुद्दीन भी यही कहता था कि मुझे खलीफा खुदा ने बनाया, मुझे कोई मजूल नहीं कर सकता। वो कौन सी आयत है कुरान की? विरक साहब बोलो जरा हुण। आमिर भाई तो विरक साहब की गल सुनावा। मैं उठना जरा, 1 मिनट मैंने वेख लें जवाब आ जाते। हाँ जी विरक साहब किधर गए ने? विरक साहब किधर गए हो? खलीफा खुदा बनाता है। वादुल्लाहुल्लज़ीना आमनू मिनकुम व अमिलुस सालिहात। आखो ना लयस्तखलिफन्नहुम फिल अर्ज़ कमा इस्तखलफलहुम मिन क़ब्लिहिम। आखो ना, सूरह नूर दी 55 नंबर आए थे। हेलो विरक साहब, फौत हो गए हो? नबज रुक गई हुण? तुहाडे मिर्जा गुलाम अहमद कादियानी ने आख्या कि हजरत अली रजी अल्लाह ताला अन्हो इस आयत दे मिसदाक नहीं। हजरत अली रजी अल्लाह ताला अन्हो नूं अल्लाह ताला ने खलीफा नहीं बनाया। ए तुहाडियां हकीम नूरुद्दीन नूं, बशीरुद्दीन महमूद अहमद नूं, इन्हां नूं खुदा ने खलीफा बनाया ते हजरत अली नूं अल्लाह ने खलीफा नहीं बनाया। दसो लोकां नूं बयान करो कि सिरुल खिलाफा सफा 96 ते मिर्जा साहब ने लिखे है कि मौला अली इस आयत दे मिसदाक नहीं, पर बशीरुद्दीन महमूद अहमद इस आयत दा मिसदाक है, हकीम नूरुद्दीन इस आयत दा मिसदाक है। ए मिर्जा नासिर इस आयत दे तहत अल्लाह ने बनाया खलीफा। मिर्जा तैयब नूं अल्लाह ने खलीफा बनाया। इस आयत दे विच लिखिया अल्लाह खिलाफत अता करेगा। मिर्जा मसरूर नूं भी अल्लाह ने खलीफा। आखो ना, ते ओ जेड़े ने मौला अली, उन्हां नूं अल्लाह ने नहीं बनाया। इस बेगैरती दी वजह तूं, इस जुल्म दी वजह, इस बेहयाई दी वजह तूं मुसलमानां तुहानूं चुक के बाहर मारिया। ਇਹ ਉਹ गंदगी है ਜਿਹੜੀ किरे भी एक्सेप्टेबल नहीं है। मुसलमानों के किसी हल्के भी एक्सेप्टेबल, इनू सुन्नी भी नहीं बर्दाश्त कर सकता, शिया भी नहीं बर्दाश्त कर सकता। तुहाडा किसी सैक्ट नाल कोई झगड़ा एक नाल नहीं है कि बरेलवियों नाल झगड़ा है, शिया नाल झगड़ा है, सुन्नियां नाल। इनू सुन्नी भी नहीं बर्दाश्त करता, शिया भी नहीं बर्दाश्त करता कि मौला अली नू कहो कि ਉਹ ਇਸ ਆਇਤ ਦਾ ਮਿਸਦਾਕ ਨਹੀਂ। लेकिन ਇਹ ਜਿਹੜੇ ਤੁਹਾਡੇ ਬਨੌਟੀ ਖਲੀਫਾ ਨੇ ਜਿਨ੍ਹਾਂ ਦੀ 1 ਇੰਚ ਜ਼ਮੀਨ ਤੇ हुकूमत नहीं है, जिन्हें कुत्ते ਨੂੰ ਸੋਟੀ ਵਹਾ ਛੜੀ ਮਿਰਜ਼ੇ ਤਾਹਿਰ ਨੇ ਤੇ ਥਾਣੇ ਜਾ ਕੇ ਮਾਫੀ ਮੰਗ ਕੇ ਆਇਆ ਸੀ ਇੱਥੇ ਇੰਗਲੈਂਡ ਵਿੱਚ। ਇਹ ਮਿਰਜ਼ਾ ਤਾਹਿਰ
ਇੱਕ ਕੁੱਤੇ ਨੂੰ, ਇੱਕ ਗੋਰੀ ਦੇ ਕੁੱਤੇ ਨੂੰ ਪਤਾ ਨਹੀਂ ਉਹਨੇ ਸੋਟੀ ਉਗਰੀ ਸੀ, ਉਹਨੇ ਜਾ ਕੇ ਪੁਲਿਸ ਨੂੰ ਕਾਲ ਕਰ ਦਿੱਤੀ ਹੈ, ਜਾ ਕੇ ਉੱਥੇ ਮਾਫੀਨਾਮਾ ਲਿਖ ਕੇ ਦੇ ਕੇ ਆਇਆ ਸੀ, ਮਾਜ਼ਰਤ ਕਰਕੇ ਆਇਆ ਸੀ ਗੋਰੀ ਕੋਲੋਂ। ਇਹ ਖਲੀਫਾ ਇਹਨੂੰ ਅੱਲਾ ਨੇ ਬਣਾਇਆ ਤੇ ਮੌਲਾ ਅਲੀ ਨੂੰ ਅੱਲਾ ਨੇ ਨਹੀਂ ਬਣਾਇਆ। ਲੱਖ ਦੀ ਲਾਨਤ ਤੁਹਾਡੀ ਇਸ ਗੰਦਗੀ ਦੇ ਉੱਤੇ, ਕਿੰਨਾ ਕਿ ਤੁਹਾਡਾ ਗੰਦ ਬਿਆਨ ਕਰੀਏ। भाई इस जेड़ा है ना फिर कि इसने अपना कोई लिटरेचर नहीं पढ़े हुआ। एक दिन एक बराड़ दे उत्ते एक बंदे ने पूछा कि मैं एक पीर नूं जानदा, उसने अपने बेटे की जिंदगी बचाउण वास्ते उस 2.5 साल एक लड़की दे नाल उसकी शादी कर दी। ये जनाबली पब चुक चुक के कहे कि उसने बड़ा जुल्म किया, ये तो बड़ा कुफ्र है, ये तो शिरक है। पब्बा चुक चुक के कहता जिस टाइम उस फिर दस्या कि मिर्जा साहब का एक काम है, तो फिर था ये इस इमरान खान वाला फिर यू टर्न लिया। ठीक हो गया। ਹੁਣ ਮੈਂ ਜਿਹੜੀ ਗੱਲ ਬਿਆਨ ਕਰਤੀ ਹੈ ਸ਼ੇਖ ਸਾਹਿਬ ਤੁਸੀਂ ਸੁਣ ਲਈਏ। ਮੈਂ ਫਿਰ ਥੋੜਾ 10 ਮਿੰਟ ਦਾ ਵਕਫਾ ਕਰਨਾ ਹੈ। ਮੈਂ ਸੁਣਦਾ ਤੁਹਾਡੀਆਂ ਗੱਲਾਂ, ਚੁੱਪ ਕਰਕੇ ਸੁਣ ਰਿਹਾ। ਇਹ ਮੈਂ ਕਿਹਾ ਜਿਹੜੀ ਮਿਰਜ਼ਾ ਤਾਹਿਰ ਨੇ ਗੱਲ ਸ਼ਾਹਕੋਟ ਵਾਲੀ ਬਿਆਨ ਕੀਤੀ ਤੁਸੀਂ ਸੁਣ ਲਈ ਹੈ? ਸੁਣੀ ਕੀ, ਉਹਦਾ ਕੀ ਕਰੀਏ ਫਿਰ? ਕੁਛ ਵੀ ਨਹੀਂ, ਜੇ ਤੁਹਾਡੇ ਸਹੁਰੇ ਹੋ ਨੇ ਤਾਂ ਫਿਰ ਕੁਛ ਵੀ ਨਹੀਂ ਕਰਨਾ ਚਾਹੀਦਾ, ਤੇ ਜੇ ਤੁਹਾਡੇ ਅੰਦਰ ਕੋਈ ਇਮਾਨ ਦੀ ਰੱਤੀ ਮਾੜੀ ਚੰਗੀ ਦਿਲ ਚ ਸਹੁਰੇ ਨਾਲ ਕੀ ਹੁੰਦਾ? ਸਹੁਰੇ ਮੈਨੂੰ ਰੋਟੀ ਸ਼ਿੰਗਾਰੀ ਦੇ ਭੜਕਣ ਦਾ ਖਤਰਾ ਗੱਲ ਤਾਂ ਹੈ। ਪੁੱਛੋ ਨਾ, ਸਹੁਰਿਆਂ ਨੇ ਮੇਰੀ ਕੋਈ ਰੋਟੀ ਰਿਜ਼ਕ ਲਾਇਆ ਹੈ, ਮੇਰੇ ਖੁਦਾ ਨੇ ਮੈਨੂੰ ਜੇ ਜ਼ਮੀਨ ਨਹੀਂ ਖੁਦਾ ਸੱਚ ਬੋਲੋ, ਮੈਨੂੰ ਡਰ, ਕੋਈ ਦਜਾਲ ਨੇ ਮੈਨੂੰ ਡਰ ਲੱਗਦਾ ਹੈ ਕਿ ਬਈ ਜੇ ਮੈਂ ਉਹਨਾਂ ਖਿਲਾਫ ਬੋਲਿਆ ਮੇਰੀਆਂ ਜ਼ਮੀਨਾਂ ਜਿਹੜੀਆਂ ਦਿੱਤੀਆਂ ਨੇ ਖੋਹ ਲੈਣਗੇ। ਮੈਂ ਕਦੇ ਤੋਂ ਉਹਨਾਂ ਦੇ ਖਿਲਾਫ ਬੋਲਾਂ? ਮੈਂ ਕਿਹਾ ਕਿ ਅਗਰ ਤੁਹਾਡਾ ਉਹ ਖੁਦਾ ਨਹੀਂ, ਤੁਹਾਡਾ ਉਹਨਾਂ ਰਿਜ਼ਕ ਨਹੀਂ ਲਾਇਆ, ਤੇ ਆਖੋ ਇਹ ਦਜਾਲ ਹੈ ਜਿਹਨੇ ਇਹ ਬਕਵਾਸ ਲਿਖੀ ਹੈ। ਖੈਰ ਨਹੀਂ, ਤੁਸੀਂ ਆਪਣੇ ਲਫ਼ਜ਼ ਨਾ ਮੇਰੇ ਮੂੰਹ ਚ ਨਾ ਪਾਇਆ ਕਰੋ। ਮੈਂ ਅਗਰ ਮੈਂ ਕੋਈ ਇਹ ਤਾਂ ਨਹੀਂ ਕੋਈ ਤਾਰੀਫਾਂ ਦੇ ਪੁੱਲ ਬਣ ਰਿਹਾ ਉਹਨਾਂ ਦੇ, ਤੇ ਮੈਂ ਨਹੀਂ ਕਹਿ ਰਿਹਾ ਮੇਰੀ ਨਹੀਂ ਇਹ ਤਬੀਅਤ, ਮੈਂ ਨਹੀਂ ਕਹਿੰਦਾ ਦਜਾਲ। ਮੈਂ ਤੁਹਾਨੂੰ ਦਜਾਲ ਨਾ ਕਹਾਂ ਤਾਂ ਕੀ ਮਤਲਬ ਹੈ? ਤੁਸੀਂ ਦਜਾਲ ਨਹੀਂ ਹੋ? ਮੈਨੂੰ ਤੇ ਤੁਸੀਂ ਕਈ ਵਾਰੀ ਕਹਿ ਚੁੱਕੇ ਹੋ। ਨਹੀਂ, ਇਹਨਾਂ ਨੂੰ ਕਹਿਣ ਤੇ ਤੁਹਾਡਾ ਦਿਲ ਨਹੀਂ ਕਰਦਾ, ਤੁਹਾਡੇ ਸਹੁਰੇ ਨੇ ਨਾ। ਨਹੀਂ ਮੇਰਾ ਨਹੀਂ, ਮੇਰਾ ਸਹੁਰਾ ਕੀ ਹੋਵੇ, ਮੇਰਾ ਪਿਓ ਵੀ, ਅਗਰ ਮੈਨੂੰ ਸਮਝ ਆਏਗੀ ਕਿ ਉਹ ਗਲਤ ਹੈ ਤੇ ਮੈਂ ਕਹਿ ਦਿਆਂਗਾ ਗਲਤ ਹੈ। ਮੈਂ ਅਗਰ ਮਿਰਜ਼ਾ ਸਾਹਿਬ ਨਾਲ ਅਸੀਂ ਸੁਣੋ ਨਾ, ਮੇਰਾ ਸਹੁਰਾ ਮਿਰਜ਼ਾ ਸਾਹਿਬ ਤੋਂ ਵੱਧ ਕੇ ਮੇਰੇ ਵਾਸਤੇ ਕੰਪੈਰੀਜ਼ਨ ਅਗਰ ਕਰੋ ਤੇ ਮਿਰਜ਼ਾ ਸਾਹਿਬ ਨੂੰ ਤੇ ਮੰਨਿਆ, ਉਹਦੀ ਵਜ੍ਹਾ ਤੋਂ ਹੀ ਕੁਫਰ ਦੇ ਫਤਵੇ ਤੇ ਸਭ ਕੁਝ ਸੁਣਨੇ ਪਏ ਆ, ਤੇ ਸਹੁਰਾ ਮੇਰਾ ਵੱਧ ਕੇ ਹੋਣਾ, ਜਾਂ ਮੇਰੀ ਸੱਸ ਮਿਰਜ਼ਾ ਸਾਹਿਬ ਤੋਂ ਵੱਧ ਕੇ ਮੇਰੇ ਵਾਸਤੇ। ਕਈ ਲੋਕ ਨੇ ਜਿਨ੍ਹਾਂ ਨੇ ਦੁਨੀਆ ਨੂੰ ਆਖਰਤ ਉੱਤੇ ਤਰਜੀਹ ਦਿੱਤੀ, ਕਈ ਲੋਕ ਨੇ ਉਹਨਾਂ ਨੂੰ ਦੁਨੀਆ ਪਿਆਰੀ ਹੁੰਦੀ ਨੇ, ਇਹ ਜਾਨ ਮਿੱਠਾ ਤੇ ਅਗਲਾ ਕਿਸ ਡਿੱਠਾ। ਮੈਂ ਅਗਰ ਮਿਰਜ਼ਾ ਸਾਹਿਬ ਨਾਲ ਇਖਤਲਾਫ ਕਰ ਸਕਣਾ ਤੇ ਆਪਣੇ ਸਹੁਰੇ ਨਾਲ ਨਹੀਂ ਕਰ ਸਕਦਾ। ਉਹ ਜੋ ਕਹੇਗਾ ਖੁਦਾ ਦੋ ਨੇ, ਮੈਂ ਕਹਾਂਗਾ ਜੀ ਹਜ਼ੂਰ। ਇਹ ਜੀ ਨਬੀ ਆਉਂਦੇ ਰਹਿਣਗੇ, ਮਿਰਜ਼ਾ ਸਾਹਿਬ ਨਬੀ ਨੇ ਜੀ ਬਿਲਕੁਲ ਜੀ ਹਜ਼ੂਰ। ਸਿਰਫ ਇਸ ਵਜ੍ਹਾ ਹੈ ਕਿ ਤੁਸੀਂ ਮੇਰੇ ਸਹੁਰੇ ਹੋ। ਅੱਛਾ, ਮੇਰਾ ਬੰਦਾ ਪਿਆ ਲਿਖਦਾ, ਮੈਂ ਆਪਣੀ ਕਬਰ ਵਿੱਚ ਜਾਣਾ, ਸਹੁਰੇ ਨੇ ਆਪਣੀ ਕਬਰ ਵਿੱਚ। ਕਹਿੰਦਾ ਪਿਆ ਬੰਦਾ ਥੱਲੇ ਪਿਆ, ਕਹਿੰਦਾ ਵੀ ਤੂੰ ਉਹਨਾਂ ਦੇ ਮਿਰਜ਼ਾਈਆਂ ਦੇ ਰਸਾਲੇ ਨੂੰ ਹੱਥ ਲਾਇਆ ਤੇ ਵਜ਼ੂ ਕਰ, ਤਾਂ ਉੱਠ ਕੇ ਤੇ ਮੈਂ ਵਜ਼ੂ ਕਰਾਂ ਤੇ 10 ਮਿੰਟ ਦੀ ਬ੍ਰੇਕ ਲਵਾਂ ਤੇ ਆ ਕੇ ਫਿਰ ਗੱਲ ਕਰਨਾ। ਤੁਸੀਂ ਇਹ ਵੇਖੋ ਇਹਨਾਂ ਦਾ ਦਜਲ ਫਰਾਡ ਵੇਖੋ ਤੇ ਮਹਿਜ਼ੂਜ਼ ਹੋਵੋ ਤੇ ਲੋਕਾਂ ਨੂੰ ਦੱਸੋ ਵੀ ਇਹ ਇੱਕ ਦਜਲ ਔਰ ਫਰੇਬ ਦਾ ਨਾਂ ਹੈ ਕਾਦੀਆਨੀਅਤ। ਇਹ ਸ਼ਾਹਕੋਟ ਦਾ ਬੰਦਾ ਆਸ਼ਿਕ ਹੁਸੈਨ, ਅਗਰ ਉਹਨਾਂ ਦੇ ਘਰ ਤੱਕ ਖਬਰ ਪਹੁੰਚ ਜਾਂਦੀ ਹੈ, ਉਹ ਵੀਡੀਓ ਬਣਾ ਕੇ ਘਾਲ ਦਿੰਦੇ ਨੇ, ਤੇ ਫਿਰ ਗੱਲ ਬਾਕੀ ਇਨਸ਼ਾਅੱਲਾ ਟਿਕਟੌਕ ਤੇ ਫਿਰ ਕਰਾਂਗੇ। ਇਹ ਜਿਹੜਾ ਆਪਣਾ ਜਿਸ ਤਰ੍ਹਾਂ ਚੌਹਾਨ ਸਾਹਿਬ ਨੇ, ਉਹਨਾਂ ਦਾ ਲਹਿਦਾ ਇੱਕ ਮਕਤਬਾ ਫਿਕਰ ਹੋ ਗਿਆ। ਹਾਂ, ਉਹ ਖਿਲਾਫਤੀ ਜਮਾਤ ਹੈ ਤੇ ਦੋਸਤੀਆਂ ਯਾਰੀਆਂ ਰਿਸ਼ਤੇਦਾਰੀਆਂ ਤੇ ਹੈ ਨਾ, ਆਣ ਜਾਣ ਨਾਰਮਲ ਹੈ ਜਾਂ ਤੁਹਾਡੀਆਂ ਬਹਿਸਾਂ ਛਿੜਦੀਆਂ ਰਹਿੰਦੀਆਂ ਨੇ? नहीं जी, तुसी पता नहीं आन जान किन्नू कहंदे पे हो, मैं नहीं समझ आपका इससे क्या मतलब है। जाहिर है रिश्ते नहीं, अर्ज ये है, मतलब यही है कि आप का जाहिर है खिलाफती जमात से एक अलग मौक़िफ़ है कि नहीं है जी? तो उनमें रिश्तेदारी आपकी जो है वो वहाँ आप आने जाने में जब मौका होता है कभी बहस हो जाती है कि जनाब आप ठीक हैं, वो ठीक हैं, या अब बहस सवाल जवाब होते हैं, ऐसा तो नहीं कि नहीं होता। दूसरी बात ये है, एक मिसाल देता हूँ, फर्ज करें जी मेरे 8-9 चाचे हैं, बिल्कुल, उनमें से फर्ज करें 3-4 चाचे मेरे जो हैं वो जमात खिलाफत में, बाकी लाहौर में हैं।
اب وہ میرے رشتے میں تو سکے چاچے ہیں نا، میرے باپ کے سکے بھائی تو ہیں کہ نہیں ہیں؟ بالکل بالکل. تو ان کے ساتھ ان کے گھر رشتے داری کرنا ان کے بچوں سے بچیوں سے، یہ کیا اس کو میں حرام سمجھوں گا؟ ہیں تو وہ میرے چاچے ہیں نا، پہلے تو میرا خونی رشتہ ہے، میرے باپ کے سکے بھائی ہیں، سکی بہنیں ہیں، وہ اس طرف ہیں. تو ہم اس حساب سے اگر ہم رشتے داری آپس میں قائم کرتے ہیں، میں اپنے بچے کی شادی اپنے بھائی کے کسی بچے سے کرتا ہوں، وہ دوسری جماعت میں ہے، تو حرام کہلائے گا وہ رشتہ، ناجائز وہ ہوگا. تو یہ ہے کہ وہ کس قدر اس بارے میں سختی رکھتے ہیں، یہ تو ان پہ ہے یا آپ پہ ہے نا. نہیں ہم نہیں رکھتے، ہم تو کہتے ہیں کہ جی اہل کتاب کے ساتھ نارمل ہے. جائے، ہمارے نزدیک اہل کتاب چاہے وہ سنی بھی ہو یا شیعہ ہو یا عیسائی کیوں نہ ہو، یہودی کیوں نہ ہو، اس کے ساتھ جائز ہے. اللہ تعالیٰ نے کہا ہے اہل کتاب، اللہ تعالیٰ نے یہ نہیں کہا جس مسلک سے تم تعلق رکھتے ہو صرف اس میں شادی کرو. تو آپ کے نزدیک اسلام میں، آپ کے نزدیک اسلام میں عیسائی عورت سے شادی جائز ہے یا حرام ہے، یا عیسائی مرد سے؟ اصل میں وہ عقیدہ باقی رہا ہی نہیں نا. آج کل جو عقیدہ عیسائیوں کا ہے، نہیں میں یہ نہیں پوچھ رہا ہوں، میں یہ پوچھ رہا ہوں کہ اکارڈنگ ٹو اسلام اور اللہ جائز ہے یا نہیں؟ اللہ نے تو کہیں نہیں کہا، اللہ نے یہ بات کہیں نہیں، دیکھیں نا مرتضیٰ صاحب، اللہ تعالیٰ نے یہ بات کہیں نہیں کی کہ 2026 میں انہوں نے اپنے عقائد چینج کر لیے ہیں، اب ان کے ساتھ شادی جائز نہیں. پہلے جائز تھی، اب نہیں. جو اس وقت نہیں، عرض یہ ہے کہ جو علماء، میں اصل میں عالم دین تو ہوں نہیں، جو جتنی معلومات میں جانتا ہوں اتنی ہے کہ جو اس وقت ان کا عقیدہ ہے اس کے مطابق شادی کرنا درست نہیں ہے. عرض یہ ہے کہ اچھا یہ ایک اور بات ہے کہ جس طرح آپ ہیں اور چوہان صاحب ہیں، کیا خیال ہے آپ کے بارے میں زیادہ شدت ہے خلافتی جماعت کے اندر، یا چوہان صاحب کو جو جنبہ وہ مکتبہ فکرہ ان کی ہے؟ نہیں جی ان کی نہیں ہے کوئی بھی، ان کے ساتھ وہ تو زیادہ کرتے بھی نہیں ہیں. یہ بات آپ کو بھی پتہ ہے، جب 1914 سے 2 بنے اور پاکستان کے آئین کے مطابق کہیں جنبہ صاحب کے گروپ یا کسی اور گروپ کا ذکر ہے یا تو آپ بتا دیں. وہ تو ابھی کی بات ہے نا، وہ ابھی کی بھی بات کہہ رہا ہوں کہ نہیں ہے. مین جو اختلاف ہیں وہ تو یہ چوہان صاحب یہاں پہ آ کے بولتے ہیں، کہتے ہیں کہ جی یہ ہے وہ مانا نہیں، اگلا مجدد نہیں مانا، یا یہ نہیں مانا وہ نہیں مانا، وہ الگ بات ہے. لیکن اگر آپ میڈیا کے اوپر دیکھ لیں، یوٹیوب پہ دیکھ لیں، ٹک ٹاک پہ دیکھ لیں، اور ویسے پرنٹ میڈیا میں بھی دیکھ لیں آپ، تو آپ مجھے طارق چوہان سے ہٹ کے اور حفیظ شیخ سے ہٹ کے، تو آپ مجھے اختلافات ڈھونڈ کے نکال کے بتا دیں آپ کو صرف اختلافات دونوں جماعتوں کے درمیان لاہوری یا قادیانی. جی مولانا محمد علی اس چیز کو ثابت کریں. مولانا آپ نے ابھی تک کہیں دیکھا ہے کہ مرزا مسرور احمد صاحب ہو گئے یا مرزا طاہر صاحب یا ناصر صاحب نے کوئی لکھا ہو کہ جنبہ صاحب اس بات کا جواب دیں، جنبہ صاحب نے ہمارے پہ یہ اعتراض لگایا؟ آپ کو میڈیا پہ یہی نظر آئے گا کہ مولوی محمد علی نے اعتراض لگایا، مولوی محمد علی نے یہ مباحثہ کیا، یہ مباحثہ کیا. جی جی وہ ان کو اتنی بڑی تھرٹ نہیں سمجھتے کیونکہ وہ تعداد میں ہیں بالکل تھوڑے سے. تو پھر وہی تو بات کہہ رہا ہوں، میں یہ بات نہیں کہہ رہا ہوں کہ تعداد میں تھوڑے ہیں تو یہ ہے تو وہ ہے، بس بات وہی کہہ رہا ہوں کہ مین 2 ہی جماعتیں ہیں، یا خلافت ہے یا لاہوری ہے. تو جس طرح لاہوری کا اندازاً پتہ چلتا ہے کہ کوئی 500 کی تعداد ہوگی، کہ ایسا ہی ہے یا نہیں؟ ایسا نہیں، بالکل غلط ہے، بالکل غلط، بالکل غلط ہے. کہاں ہے 500 کی؟ آپ مجھے بتائیں. نہیں یہ میری بات سنیے گا، آپ نکال کے خود بھی نیٹ پہ سرچ کر لیں. امریکہ، کینیڈا، افریقہ، انڈونیشیا، گھانا، نیوزی لینڈ، آسٹریلیا، فجی، سورینام، ہالینڈ، انگلینڈ، جی یہ اور بھی ملک ہیں، ان سب میں جماعت موجود ہے. تو آپ کا کیا خیال ہے اتنے ملکوں میں ہر جگہ کہیں پہ 10 ہوں گے، کہیں 20 ہوں گے، کہیں 40 ہوں گے، تو ٹوٹل دنیا میں 500 بن گئے؟ یہ مانتے ہیں آپ بات؟ یا کل مانتی ہے یہ بات؟ ہالینڈ، اچھا سن لیں میری بات سنیں، آپ نے 500 کہا ہے نا. ہالینڈ میں اس وقت جو دونوں جماعتیں موجود ہیں، خلافت اور لاہوری جماعت، وہاں پہ لاہوری جماعت خلافت والی جماعت سے زیادہ تعداد میں، جتنی تعداد آپ نے ابھی ٹوٹل بتائی ہے اس سے ڈبل ٹرپل موجود ہے ہالینڈ میں. آپ نے تو پوری دنیا میں 500 کہہ دی ہیں نا، ہالینڈ میں جا کے پوچھیں 500 ہیں یا 5000 ہیں. تو یہ کیا مولوی محمد علی صاحب لاہوری یہ کبھی بھی
خلافت کے امیدوار رہے ہیں یا کبھی بھی نہیں ان رہے، کی کوئی لابی کبھی بھی نہیں رہے، لابی تھی؟ کبھی بھی. میں نے بتایا کہ جس وقت حکیم نور الدین صاحب خلیفہ بنے تھے اس وقت بھی مولانا محمد علی صاحب نے، حضرت صاحب کا ابھی تدفین نہیں ہوئی تھی، جب یہ سوال پیدا ہوا تھا کہ خلیفہ بنایا جائے، مولوی محمد علی صاحب نے یہ سوال اٹھایا تھا کہ کیوں یہ جی خلیفہ کی بیعت کرنی ہے. یہ مولانا محمد علی صاحب کو لاجک دی. انہوں نے پوچھا کیوں بیعت کرنی ہے؟ کیا مسیح موعود کے فوت ہونے سے ہم تمام لوگ جنہوں نے ان کے ہاتھ پہ بیعت کی ہے وہ احمدیت سے باہر ہو گئے ہیں؟ اس کی لاجک صرف یہ ہے کیونکہ مسیح موعود فوت ہو گیا، حضرت صاحب فوت ہو گئے ہیں، لہذا اب ہم احمدی نہیں رہے. جیسے ہی ان کی سانس کی ڈور ٹوٹی ہم احمدیت سے ہو گئے خارج. اب ہمیں ضرورت ہے خلیفہ ہے وہ دوبارہ سے ہمیں احمدی کرے بیعت لے کے. یہ مولانا محمد علی صاحب کا پوائنٹ آف ویو تھا. اگر ان کا پوائنٹ آف ویو یہ ہوتا تو وہ کہتے ہیں مجھے خلیفہ بنایا جائے، میں نے بننا ہے، میں سینئر ترین بندہ ہوں حکیم اپنا مرزا صاحب کے بعد. ان کا ویلڈ پوائنٹ تھا کہ بھئی کیا لاجک ہے بیعت کرنے کی، یا تو یہ لاجک اچھا مجھے حکیم پروو کر دو کہ حضرت صاحب کے فوت ہونے کے بعد اب ہم میں سے کوئی بھی احمدی نہیں رہا. تو حکیم نور الدین صاحب کی بیعت کی تھی مولوی صاحب نے؟ ہاں مولوی جی محمد کی علی تھی، صاحب نے کی تھی. تو وہ کس حیثیت میں کی تھی جی؟ وہ جس حیثیت میں کی تھی وہ آپ کو میں بتا دیتا ہوں کہ وہ کرنا نہیں چاہتے تھے، لیکن خواجہ کمال الدین صاحب جو تھے وہ بندے تھے جنہوں نے مولانا محمد علی صاحب کو انٹروڈیوس کروایا تھا مرزا صاحب سے. خواجہ کمال الدین صاحب پہلے سے احمدی تھے، لیکن خواجہ کمال الدین صاحب بھی LLB تھے. وہ بھی یہ دونوں اکٹھے اسٹوڈنٹ تھے لاہور میں LLB کے، مولانا محمد علی صاحب اور خواجہ کمال الدین صاحب. وہاں پہ انٹروڈکشن ہوا. خواجہ کمال الدین صاحب مولانا محمد علی صاحب سے ملے، ان کو اپنے عقائد بتائے، میں احمدی ہوں. ایک بندہ آ گیا مرزا غلام احمد قادیان میں، وہ یہ کلیم کرتا ہے، وہ یہ ہے. تو وہ تو آپ کے عقیدہ سے تعلق رکھتے تھے مولانا محمد علی صاحب، سنی عقیدہ سے تھے. پھر وہ لاہور سے قادیان گئے، ان کے ساتھ جا کے ملے، خواجہ کمال الدین صاحب لے کے گئے، انہوں نے انٹروڈیوس کروایا. مولانا محمد علی صاحب نے سنا، دیکھا، پتہ نہیں جو بھی سمجھ آئی، کچھ عرصے کے بعد بیعت کر لی. اب وہی خواجہ کمال الدین صاحب اس وقت مولانا محمد علی کو کہہ رہے ہیں کہ اس وقت خاموش ہو جاؤ، اس مسئلے کو مت اٹھاؤ. تو وہ انہوں نے ان کا دید لحاظ کرتے ہوئے وہ خاموش ہو گئے، اور انہوں نے کہا کہ یہ صرف ایز اے ہیڈ آف دا جماعت یہ وہ والا خلیفہ نہیں ہوگا جو تم سمجھو، جو بعد میں مرزا بشیر الدین محمود صاحب بنے اور انہوں نے بن کے دکھایا. انہوں نے کہا یہ اس قسم کا خلیفہ نہیں ہے. تو انہوں نے پھر بیعت کی. پھر آپ کو مولانا محمد علی صاحب کی کتابوں میں اور اس چیز میں ملے گا 1200 بندوں نے پہلے دن بیعت کی خواجہ اپنا حکیم نور الدین صاحب کی. اور حکیم نور الدین صاحب نے میر ناصر نواب صاحب جو کہ مرزا بشیر الدین محمود صاحب کے سسر بھی تھے بعد میں، ان کو بلا کے پوچھا، صرف ایک ہی بندے کا، کیا حکیم نور الدین صاحب نے پوچھا کیا مولوی محمد علی نے میری بیعت کی ہے؟ یہ سوال پوچھا کہ مولوی محمد علی نے میری بیعت، انہوں نے کہا جی ہاں کی ہے. اور اب اس بیعت کے محض 15-20 دن بعد ہی جب وہ خلیفہ بن گئے، خواجہ کمال الدین صاحب مرزا بشیر الدین محمود صاحب کو کیا کہہ رہے ہیں، جنہوں نے مولوی محمد علی کو چپ کروا دیا تھا کہ مت یہ مسئلہ اٹھاؤ کہ خلیفہ نہیں ہونا چاہیے. 20 دن بعد 15-20 دن بعد ہی مرزا بشیر الدین محمود صاحب کو کہہ رہے ہیں خواجہ کمال الدین صاحب میرے سے ایک بہت بڑی غلطی سرزد ہو گئی ہے جس کا اب تدارک ممکن نہیں. اور وہ غلطی کیا ہے؟ یہ جو میں نے خلافت قائم کر دی ہے. خود ایڈمٹ کر رہا ہے وہ بندہ جس نے مولانا محمد علی صاحب کو چپ کروا دیا. کہا کہ اب اس کا تدارک ممکن نہیں، یہ میرے سے غلطی ہو گئی ہے. اور بعد میں اپنی کتابوں میں بھی لکھا اتحادی غلطی تھی، یہ نہیں ہونا چاہیے بات تھا. آگے نکل گئی ہے. جی اچھا، جو مولوی صاحب نے بیعت کی ہے اپنا مرزا غلام احمد قادیانی صاحب کی، وہ کس حیثیت میں کی تھی جی؟ کس نے؟ مولوی محمد علی صاحب نے. ان کو وہ مجدد اور محدث مانتے تھے. مرزا صاحب نے کبھی بھی کسی شخص سے بذات خود کبھی بھی اپنے مرتے دم تک کبھی بھی بحثیت نبی بیعت نہیں لی کہ وہ بطور نبی بیعت لیا کرتے تھے. تو اس لیے مولوی محمد علی صاحب جب وہ بیعت بطور نبی لیتے ہی نہیں تھے تو مولوی محمد علی کس طرح ان کی نبی ہونے کی حیثیت سے بیعت کر سکتے؟ تو کس حیثیت میں مجدد محدث. یہ کوئی صاحب کا مائک ان کا سید صاحب کا ہونا ہے. میں نے کہا بطور مجدد اور محدث بیعت کی تھی ان کی.
اچھا نہیں، جو مرزا صاحب خود بیعت لیتے تھے وہ کس حیثیت میں لیتے تھے؟ وہ کس حیثیت میں لیتے تھے؟ اگر آپ وہ پوچھتے ہیں تو انہوں نے ایسا کوئی اپنا اس کے اندر وہ کیا کہنا چاہیے، کوئی اپنا عہدہ نہیں بیان کیا وہ اپنی بیعت میں. ان کی 10 شرائط بیعت آپ نے پڑھی ہوگی، اس میں وہ یہی کہتے تھے کہ میں احمد کے ہاتھ پہ بیعت کرتا ہوں، یعنی مرزا غلام احمد کے ہاتھ پہ بیعت. اور آگے اس کی جو شرائط ہوتی تھیں وہ بالکل اسلام کے اس کے مطابق کہ میں نماز کا پابند رہوں گا، احکام الہی کے اس کو ان کو میں فالو کروں گا، اور اس قسم کی شرائط تھی. اس میں کوئی ایسی بات نہیں تھی کہ بھئی مجھے تم نے مجدد محدث نبی یا رسول یا مجازی غیر مجازی دلی بروزی، کوئی اس میں اس قسم کی بات نہیں تھی ان کی بیعت میں، بیعت کی شرائط میں، اور آج بھی نہیں ہے. تو یہ جو الزام اگر لگتا ہے کہ مولوی محمد علی صاحب نے اس وجہ سے علیحدگی اختیار کی کہ ان کو خلیفہ نہیں بنایا گیا نیکسٹ، نہیں، یہ غلط ہے، یہ بالکل غلط ہے، یہ کہیں سے پروف بھی نہیں ہے. اگر میں آپ کی بات مان بھی لوں، چلیں ٹھیک ہے تھوڑی دیر فار دی سیک آف آرگومنٹ، کہ مولوی محمد علی صاحب کی خواہش تھی کہ مجھے خلیفہ بنایا، جو کہ انہوں نے کہیں بھی نہیں لکھا. ان کا اعتراض آپ نکال لیں کہ 1914 میں عقائد اور یہ اس بات پہ اختلاف تھا کہ یہ مرزا صاحب کو نبی مانے. انہوں نے کہیں بھی نہیں کہا کہ میرا حق ہے میں پہلے بننا چاہتا ہوں. اگر ان کا خواہش تھی، دل میں شوق بھی تھا، بننا بھی چاہتے تھے، تو وہ چاہے 50-100 بندے لے کے لادا ہو گئے تھے ادھر جا کے، وہ کہہ سکتے تھے کہ میں نے یہ نئی جماعت قائم کر دی ہے لاہور، اور میں اس کا پہلا خلیفہ ہوں، یہ میری خلافت ہے، میں نے اپنی خلافت قائم کر کے دکھا دی ہے مرزا بشیر الدین محمود صاحب کے مقابلے پہ. اگر وہ خلیفہ ہیں تو پھر میں بھی ادھر خلیفہ ہوں. کیا انہوں نے اپنے آپ کو امیر جماعت کہا؟ انہوں نے خلیفہ کا ٹائٹل یوز ہی نہیں کیا. تو آپ اس وقت مرزا صاحب کو جو مسیح موعود مانتے ہیں وہ کس حیثیت میں مانتے ہیں؟ وہ آپ کو معلوم ہے جس موعود کا وعدہ کیا گیا وہ کہتے ہیں کہ وہ میں ہوں، میں آیا ہوں، ہم اس حساب سے ان کو مانتے ہیں. باقی وہ کوئی نبی وغیرہ آپ نہیں مانتے ان کو. نا جی جن موعود نے آنا ہے، جن کا وعدہ ہے، وہ تو نبی ہیں. نہیں، یہ تو آپ کہتے ہیں نا، ہم نہیں مانتے اس بات کو. نہیں، عیسیٰ ابن مریم علیہ السلام وہ انہی کا وعدہ کیا گیا ہے، وہ تو نبی ہیں. بات یہ ہے کہ میں مانوں گا کہ ان کا وعدہ کیا گیا تو انہوں نے آنا، تو پھر میں نبی کہوں گا نا، وہ تو نبی تھے. اگر میرا پہلے یہ ماننا ضروری ہے کہ حضرت عیسیٰ نے آنا ہے، جب میں یہ مان لوں گا حضرت عیسیٰ نے آنا ہے، تو پھر میں بھی یہ بھی مان لوں گا کہ وہ اللہ کے نبی ہیں، تھے نہیں ہیں، اور وہ بحیثیت نبی ہی آئیں گے. جب سن لے نا، جب انہوں نے آنا ہی نہیں، میں کہوں کہ میں وہ ہوں، اس کا مطلب یہ نہیں ہے کہ بھئی میں وہی عیسیٰ ہوں جو مریم کا بیٹا تھا، میں ہوں وہ. اس کا مطلب میں آپ کو یہ بتا رہا ہوں کہ جس شخص کے بارے میں آپ کا کنسیپٹ ہے کہ وہ آئے گا، یعنی حضرت عیسیٰ، انہوں نے نہیں آنا. آپ کو غلط سمجھ، مطلب کہنے کا مطلب یہ ہے کہ میں آپ کو بتا رہا ہوں کہ آپ کو غلط سمجھ آئی ہے. جس شخص کے بارے میں کہا گیا ہے کہ وہ آئے گا، وہ میں ہوں، نہ کہ حضرت عیسیٰ. جی وہی نا، میں تو سمجھ آ گئی بات؟ نہیں، میں ہو سکتا ہے آپ کو صحیح میں عرض نہیں کر سکا. بات یہ ہے کہ جن نبی نے آنا ہے، جن کو موعود کہا گیا کہ نبی نے آنا ہی نہیں کسی نے، کیوں آپ یہ لفظ استعمال کر رہے ہیں جن نبی نے آنا؟ وہ تو آپ کہتے ہیں نہیں آنا، وہ ایک اور بات ہے. جو جس بات پہ اتفاق ہے امت کا وہ یہی ہے کہ انہوں نے آنا ہے، ٹھیک ہے نا. امت کا کیا مراد ہے؟ چھوٹی سی جماعت، بات تو سن لینا میری. تو وہ تو نبی ہیں، ٹھیک ہے، تو ان کی جگہ پہ جو آئے گا تو وہ وہی کلیم کرے گا نا کہ میں نبی ہوں. نہیں، چاہے خود کو ذلی کہے، کچھ بھی کہے، تو اس نے وہ تو بننے کی جب وہ کوشش کرنی ہے کہ میرے اندر وہی اوصاف پائے جاتے ہیں، تو اس نے خود کو کسی حیثیت سے نبی تو کہنا ہے نا. تو بندے کے اندر کسی نبی کے اوصاف نہیں پائے جا سکتے؟ اللہ کے اوصاف نہیں پائے جا سکتے انسان وہ کے تو اندر؟ کہتے ہیں نا کہ جی میں ہوں بہو وہی ہوں. وہ بہو نہیں ہے، اوصاف ہی ہے. اوصاف تو یہی تو وجہ ہے کہ آپ کو اسی کیٹیگری میں لوریوں کو رکھا. آپ بادشاہ کو ذل الہی کیوں کہتے ہیں؟ وہ تو کہنے والے ذل سبحانی کیوں کہتے ہیں؟ کیوں کہ ہم کہتے ہیں اللہ تعالیٰ تمام دنیا پہ، تمام جانوں پہ حکمران ہے نا، حکمرانی کرتا ہے، اللہ کی حکمرانی ہے نا ساری دنیا پہ، سارے دو جہان کے اوپر. اسی طرح بادشاہ جو ہے وہ ایک ملک پہ حکمرانی کر رہا ہے، اس کی یہ صرف یہ نہیں کہ وہ تمام جہانوں پہ حکمرانی کر رہا ہے،
एक मुल्क उसके पास है, हिंदुस्तान है, उसके ऊपर वो बड़ी बादशाह माजरत बना हुआ है, है तो शेख उसको साहब, हम बड़ी माजरत। कंपैरिजन वो उसको जिले लाई इसलिए कहते हैं कि अल्लाह हुक्मरान है, तू इस मुल्क पे हुक्मरान है। इसका ये मतलब नहीं है कि तू अल्लाह ही बन गया है, तू अब नजीर साहब, हमारी जिंदगी मौत के फैसले भी तू ही करेगा। नजीर साहब तशरीफ लाए हैं जी। नजीर बिलाल साहब कैसे हैं, खैरियत से हैं? जी अस्सलाम वालेकुम रहमतुल्लाहि व बरकातहू। तमाम भाई ठीक हैं, खैरियत से हैं? जी अल्लाह ताला का बड़ा फजल है, आप ठीक हैं? मैं हो सकता है बिजी हों या क्या हो, तो चलें आप, बड़ी मेहरबानी हफीज साहब, तो वैसे भी पीछे चले गए। बहुत शुक्रिया, बहुत शुक्रिया। जी सीट बेल्ट जी पा लो, नजीर साहब आ गए ने, सीट बेल्ट पा लो। मैं क्या नहीं कोई नहीं, मैं वो असल च थोड़ी जी वो मैं वो टुक टुक लाई है, तो मैं क्या कोई इक्की दुक्की बनती रहनी चाहिए, ਤਾਂ ਹੀ मैं लगाया सा ਤੁਹਾਡੇ ਆਉਣ ਦਾ ਇੰਤਜ਼ਾਰ ਸੀ ਨਜ਼ੀਰ ਆਪਣਾ ਬਲਾਲ ਸਾਹਿਬ, ਨਜ਼ੀਰ ਬਲਾਲ ਸਾਹਿਬ, ਜੀ ਜੀ ਫਰਮਾਈਏ। ਇਹ ਬਿਜਲੀ ਜਿਹੜੀ ਹੁੰਦੀ, ਬਿਜਲੀ ਕਰੰਟ ਨਾਲ ਕਦੇ ਤੁਹਾਡੇ ਪਿੰਡ ਕੋਈ ਬੰਦਾ ਮਰਿਆ? ਬਿਜਲੀ ਇਹ ਜਿਹੜੀ ਸ਼ਾਰਟ, ਬਿਜਲੀ ਦੀ ਸ਼ਾਰਟ ਪੈ ਜਾਂਦੀ ਬੰਦੇ ਨੂੰ ਪੱਖੇ ਸੁਣਿਆ ਤੇ ਹੈ ਬਹੁਤ ਹੀ ਲੋਕ ਮਰੇ ਨੇ ਕਰੰਟ ਨਾਲ। ਇਹ ਤੁਹਾਡੇ ਪਿੰਡ ਕੋਈ ਬੰਦਾ ਕਦੇ ਮਰਿਆ? ਸਾਡੇ ਪਿੰਡ ਬਿਜਲੀ ਨਾਲ ਕਰੰਟ ਤੇ ਬਹੁਤੀ ਲੱਗੇ ਨੇ, ਪਰ ਕੋਈ ਬਚ ਗਏ ਨੇ ਜਾਂ ਕੁਝ ਮਰੇ ਵੀ ਹੋਣਗੇ। ਇਸ ਤਰ੍ਹਾਂ ਅਕਸਰ ਸੁਣੀਦਾ ਵੀ ਕਰੰਟ ਲੱਗਣ ਨਾਲ ਬੰਦੇ ਮਰ ਵੀ ਜਾਂਦੇ ਨੇ। ਕੋਈ ਰਿਸ਼ਤੇਦਾਰ ਤੁਹਾਡਾ ਕੋਈ ਨਹੀਂ ਐਸਾ ਜਿਹੜਾ ਮਰਿਆ ਹੋਵੇ ਬਿਜਲੀ ਦੀ ਸ਼ਾਰਟ ਨਾਲ? ਨਹੀਂ ਮੇਰੇ ਖਿਆਲ ਵਿੱਚ ਕੋਈ। ਜਮਾਤ ਵਿੱਚ ਕੋਈ ਬੰਦਾ ਕੋਈ ਨਹੀਂ ਸੁਣਿਆ ਕਦੇ ਕੋਈ ਬਿਜਲੀ ਨਾਲ ਮਰ ਗਿਆ, ਕਰੰਟ ਲੱਗਣ ਨਾਲ? ਬਿਜਲੀ ਨਾਲ ਕੋਈ ਜ਼ਹਿਨ ਨਹੀਂ ਆ ਰਹੀ ਇਸ ਤਰ੍ਹਾਂ ਦੀ ਗੱਲ। ਤੇ ਬਿਜਲੀ ਨਾਲ ਹਾਦਸਾਤ ਹੁੰਦੇ ਨੇ, ਹਾਦਸਾਤ ਜ਼ਿੰਦਗੀ ਦਾ ਹਿੱਸਾ ਨੇ, ਤੇ ਹਾਦਸਾਤ ਜਿਹੜੇ ਨੇ ਨਾ ਇੱਕ ਜਿਹੜੀ ਹੈ ਕਾਨੂੰਨ ਕੁਦਰਤ ਉਹਦੇ ਮੁਤਾਬਿਕ ਹੀ ਹੁੰਦੇ ਨੇ, ਤੇ ਕਾਨੂੰਨ ਕੁਦਰਤ ਹਰਕਤ ਜਿਵੇਂ ਆਉਂਦਾ ਉਸੇ ਸਮਝਣੇ ਦੀ ਗੱਲ ਹੁੰਦੀ ਹੈ। ਇੱਕ ਕਾਨੂੰਨ ਕੁਦਰਤ ਜਿਹੜਾ ਹੈ ਚੱਲਦਾ ਹੈ ਨਾ, ਇੱਕ ਚ ਕੋਈ ਮੰਜ਼ਰ ਕੋਈ ਹੁੰਦੀ, ਸਲਾਬ ਆਮ ਵੈਸੇ ਆ ਜਾਂਦਾ ਹੈ ਨਾ, ਪਾਣੀ ਹੁੰਦਾ, ਪਾਣੀ ਸਲਾਬ ਆਉਂਦਾ, ਇੱਕ ਉਹਦੇ ਚ ਆਉਂਦਾ ਹੈ ਕਿ ਉਹ ਪਤਾ ਚੱਲ ਰਿਹਾ ਹੁੰਦਾ ਵੀ ਇਹ ਕੋਈ ਖੁਦਾ ਤਾਲਾ ਦਾ ਗਜ਼ਬ ਭੜਕ ਰਿਹਾ, ਉਹ ਜਿਸ ਤੇਜ਼ੀ ਨਾਲ ਆ ਰਿਹਾ ਹੁੰਦਾ, ਜਿਸ ਹੈਬਤ ਨਾਲ ਆ ਰਿਹਾ ਹੁੰਦਾ, ਉਹਦੇ ਚ ਇਹ ਲੱਗਦਾ ਹੈ ਕਿ ਕੋਈ ਗੱਲ ਹੈ ਸਹੀ। ਇਹ ਫਰਕ ਹੁੰਦਾ। ਆਮ ਸਲਾਬ ਵੀ ਆਏ ਉਹਦੇ ਚ ਵੀ, ਜਾਂ ਕੋਈ ਉਹਦੀ ਜਿਹੜੀ ਸਖਤੀ ਹੈ, ਬਿਜਲੀ ਗਰਜਦੀ ਹੈ, ਕੜਕਦੀ ਹੈ, ਆਮ ਉਹਦੇ ਆਮ ਇੱਕ ਕੁਦਰਤ ਹੈ, ਕਾਨੂੰਨ ਹੈ, ਪਰ ਉਹਦੇ ਨਾਲ ਕੋਈ ਵਾਰਨਿੰਗ ਵੀ ਹੈ, ਕਿਉਂਕਿ ਇਹਦੇ ਚ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਕੋਲ ਵੀ ਕੋਈ ਰਹਿਨਮਾਈ ਸਾਨੂੰ ਮੇਰੇ ਜ਼ਹਿਨ ਚ ਅੱਜ ਮਿਲਦੀ ਹੈ ਕਿ ਜਦੋਂ ਕੋਈ ਬਿਜਲੀ ਕੜਕਦੀ ਸੀ, ਇੱਕ ਗਰਜ ਘਨ ਗਰਜ ਹੁੰਦੀ ਸੀ, ਤੇ ਇਸਤਗਫਾਰ ਜਾਂ ਤੌਬਾ ਜਾਂ ਉਸ ਤਰਫ ਤਵੱਜੋ ਜਾਂਦੀ ਸੀ ਕਿ ਉਹ ਹੈ ਇਸ ਤਰ੍ਹਾਂ ਦੀ ਗੱਲ। ਉਸ ਬਿਜਲੀ ਦੀ ਗੱਲ ਨਹੀਂ ਕਰ ਰਹੇ, ਉਹ ਤੇ ਅਸਮਾਨੀ ਬਿਜਲੀ ਹੈ। ਜਿਹੜੀ ਪੱਖੇ ਵਾਲੀ ਬਿਜਲੀ ਹੈ ਵੀ ਅਸਮਾਨੀ ਬਿਜਲੀ ਹੁੰਦੀ ਹੈ? ਪੱਖੇ ਵਾਲੀ ਬਿਜਲੀ ਜਿਹੜੀ ਇਨਸਾਨ ਨੇ ਬਣਾਈ ਹੈ ਬਿਜਲੀ, ਇਹ ਵਾਲੀ। ਹਾਂਜੀ, ਇਹਦਾ ਕੋਈ ਅਸਮਾਨ ਨਾਲ ਤਲਕ ਹੈ ਇਸ ਬਿਜਲੀ ਦਾ? ਸਾਇੰਸੀ ਲਿਹਾਜ਼ ਨਾਲ ਤੇ ਕਿ ਉਹ ਜਿਹੜਾ ਰਗੜ ਪੈਦਾ ਹੁੰਦੀ ਜਦੋਂ ਬਦਲ ਨਾਲ ਟਕਰਾਉਂਦਾ ਹੈ, ਉਹਦੇ ਜੋ ਬਿਜਲੀ ਬਣਦੀ ਹੈ, ਚਮਕਦੀ ਹੈ। ਤੇ ਇਹ ਬਿਜਲੀ ਵੀ ਜਿਹੜੀ ਕੋਈ ਅਗਰ ਸਾਇੰਸੀ ਬੰਦਾ ਦੱਸ ਸਕਦਾ ਵੀ ਇਹ ਵੀ ਇਹਦਾ ਕੀ ਤਰੀਕਾ ਕਾਰ ਹੈ, ਵੀ ਇਹ ਵੀ ਕੋਈ ਉਸੇ ਫਾਰਮੂਲੇ ਦੇ ਤਹਿਤ ਹੈ ਜਾਂ ਫਰਕ ਹੈ? ਤੇ ਮਿਲਦੀ ਇੱਕ ਹੀ ਪੈਣਾ ਲੱਗ ਰਹੀਆਂ ਨੇ। ਅੱਛਾ, ਪੈਣਾ ਹੀ ਨੇ ਲੱਗਦਾ ਤੇ ਇਸੇ ਤਰ੍ਹਾਂ ਹੀ। ਹੁਣ ਬਈ ਸਾਇੰਸ ਵਾਲਾ ਕੋਈ ਦੱਸ ਸਕੇਗਾ, ਮੈਨੂੰ ਸਾਇੰਸ ਆਉਂਦੀ ਨਹੀਂ ਜ਼ਿਆਦਾ। ਇਹ ਜਿਹੜੀ ਪੱਖੇ ਵਾਲੀ ਬਿਜਲੀ ਹੈ ਨਾ, ਤੇ ਪਾਣੀ ਨਾਲ ਬਣਦੀ ਨਾ? ਪਾਕਿਸਤਾਨ ਪਾਣੀ ਨਾਲ ਬਣਦੀ, ਇੱਥੇ ਐਟਮ ਨਾਲ ਬਣਦੀ। ਹਾਂ, ਉਹ ਵੀ ਮਕਸਦ ਹੈ ਕਿ ਉਹੀ ਹੈ, ਪਾਣੀ ਦਾ ਜਿਹੜਾ ਬਹਾਓ ਹੈ, ਟਕਰਾਓ ਹੈ, ਜਾਂ ਉਹੀ ਪੈਦਾ ਕਰਦਾ ਹੈ ਉਧਰੋਂ ਉਹ ਬੱਦਲ ਆਪਸ, ਉਹੀ ਪਾਣੀ ਆਪਸ ਵਿੱਚ ਟਕਰਾਉਂਦਾ ਹੈ, ਬੱਦਲ ਉਹ ਹੈ। ਤੇ ਕੋਈ ਇਹਨੂੰ ਅਗਰ ਕੋਈ ਕਰੇ ਨਾ ਸਾਇੰਸ ਵਾਲਾ ਬੰਦਾ, ਸ਼ਾਇਦ ਕੋਈ ਬਹਿਣਾ ਨਿਕਲ ਆਉਣਾ ਆਪਸ ਵਿੱਚ, ਸ਼ਾਇਦ ਭੈਣਾ ਨਿਕਲ ਆਉਣ। ਹਾਂ, ਲੱਗਦਾ ਹੈ ਮੈਨੂੰ ਵੀ ਕੋਈ ਥੋੜਾ। ਜੇ ਨਹੀਂ ਵੀ ਨਿਕਲਦੀਆਂ ਤੇ ਇਹਨਾਂ ਨੂੰ ਬਣਾ ਲੈਣੇ ਆ ਭੈਣਾ। ਨਹੀਂ ਨਿਕੋ ਤੇ ਹੁਣ ਅਸੀਂ ਐਵੇਂ ਆਪਣੇ ਕੋਲੋਂ ਬਣਾ ਲਈਏ, ਪਰ ਕੋਈ ਮੈਨੂੰ ਤੇ ਐਵੇਂ ਮਹਿਸੂਸ ਹੁੰਦਾ ਕਿ ਕੋਈ ਤਾਲੁਕ ਹੈ ਸਹੀ ਇਹਨਾਂ ਦਾ ਆਪਸ ਵਿੱਚ। ਆਹੋ, ਮੈਂ ਕਿਹਾ ਜੇ ਨਹੀਂ ਵੀ ਨਿਕਲਦਾ ਤਲਕ ਤੇ ਬਣਾ ਲੈਣੇ ਆ ਤਲਕ ਇਹਨਾਂ ਦਾ। ਉਹ ਤੁਸੀਂ ਤੇ ਮਾਹਿਰ ਹੋ, ਤੁਹਾਨੂੰ ਤੇ ਮਲਕਾ ਹਾਸਿਲ ਹੈ, ਤੁਸੀਂ ਸਭ ਕੁਝ ਬਣਾ ਸਕਦੇ ਹੋ ਬਈ। ਇਹ ਤੇ ਤੁਹਾਨੂੰ ਅੱਲਾ ਨੇ ਤੇ ਮਲਕਾ ਮੈਂ ਨਹੀਂ ਕਹਿ ਸਕਦਾ ਦਿੱਤਾ ਤੁਹਾਨੂੰ। ਇਹ ਤੁਹਾਡੀ ਆਪਣੀ ਮਿਹਨਤ ਹੈ, ਜ਼ਹਿਨ ਦੀ, ਜਿਹੜਾ ਤੁਸੀਂ ਲੈ ਗਏ ਹੋ ਨਾ ਇਸ ਨੂੰ। ਬੜਾ ਅੱਛਾ। ਕੋਈ ਮਿਹਨਤ ਨਹੀਂ ਹੈ, ਮੇਰੀ ਕੋਈ ਮਿਹਨਤ ਨਹੀਂ ਹੈ, ਇਹ ਤੁਹਾਡੇ ਖਲੀਫਾ ਦੀ ਮਿਹਨਤ ਹੈ, ਮਿਰਜ਼ਾ ਤਾਹਿਰ ਦੀ। ਉਹਨਾਂ ਨੇ ਦੱਸਿਆ ਕਿ ਜਿਹੜੀ ਬਿਜਲੀ ਹੈ ਇਹਦਾ ਤਲਕ ਅਸਮਾਨ ਨਾਲ ਹੈ। ਮੈਂ ਤਾਂ ਪਹਿਲੀ ਵਾਰੀ ਸੁਣਿਆ ਕਿ ਬਿਜਲੀ ਦਾ ਤਲਕ ਅਸਮਾਨ ਨਾਲ ਹੈ।
ਹਾਂਜੀ ਫਿਰ ਉਹ ਤੇ ਮਾਸ਼ਾਅੱਲਾ ਅੱਲਾ ਨੇ ਉਹਨਾਂ ਨੂੰ ਇਲਮ ਅਤਾ ਕੀਤਾ ਸੀ ਤੇ ਉਹਨਾਂ ਦੀ ਜਿਹੜਾ ਇਹੀ ਤੇ ਮੈਂ ਕਹਿ ਰਿਹਾ ਕਿ ਕੋਈ ਇਲਮੀ ਬੰਦਾ ਜਿਹੜਾ ਦੱਸ ਸਕਦਾ ਹੈ, ਅਗਰ ਉਹਨਾਂ ਨੇ ਗੱਲ ਫਰਮਾਈ ਹੈ ਤੇ ਫਿਰ ਇਹਦੇ ਚ ਸੱਚਾਈ ਤੇ ਮੌਜੂਦ ਹੈ। ਸਾਨੂੰ ਕਿਉਂ ਨਹੀਂ ਸਮਝਦੇ ਆਉਂਦੀ ਕਿ ਬਿਜਲੀ ਦਾ ਤਲਕ ਅਸਮਾਨ ਨਾਲ ਹੈ? ਸਾਨੂੰ ਵੀ ਸਮਝਾਓ ਨਾ ਗੱਲ। ਮੈਂ ਉਹੀ ਕਹਿ ਰਿਹਾ ਕਿ ਕੋਈ ਬੰਦਾ ਸਾਇੰਸੀ ਬੰਦਾ ਲੈ ਆਓ, ਉਹ ਕੋਈ ਸਾਇੰਟਿਸਟ ਦੱਸੇ ਜਿਹੜਾ ਕੋਈ ਫਿਜ਼ਿਕਸ ਤੇ ਕੈਮਿਸਟਰੀ ਦਾ ਮਾਹਿਰ ਹੋਏ, ਉਹ ਤੁਹਾਨੂੰ ਕੋਈ ਰਹਿਨਮਾਈ ਕਰ ਸਕਦਾ। ਨਾਰਮਲ ਤੇ ਪਤਾ ਹੀ ਹੈ, ਮੰਗਲਾ ਡੈਮ ਹੈ ਅਸਮਾਨ ਨਾਲ, ਮੰਗਲਾ ਡੈਮ ਦਾ ਤਾਂ ਕੋਈ ਤਲਕ ਅਸਮਾਨ ਨਾਲ ਨਹੀਂ ਨਾ ਹੈ। ਕਹਿੰਦੇ ਪਾਣੀ ਅਸਮਾਨ ਤੋਂ ਹੀ ਆਉਂਦਾ, ਉੱਥੇ ਵੀ ਉੱਤੋਂ ਉਹ ਬਣ ਰਿਹਾ, ਅਸਮਾਨ ਤੇ ਬਿਜਲੀ ਬਣ ਰਹੀ ਹੈ, ਜ਼ਮੀਨ 'ਚ ਟਕਰਾ ਕੇ ਬਣ ਰਹੀ ਹੈ, ਕੋਈ ਫਰਕ ਤੇ ਮੈਨੂੰ ਨਹੀਂ ਲੱਗਦਾ ਕੋਈ। ਉਹਦਾ ਤਲਕ ਅਸਮਾਨ ਨਾਲ, ਇਹ ਗੱਲ ਠੀਕ ਹੈ। ਮੰਗਲਾ ਡੈਮ ਦਾ ਤਲਕ ਅਸਮਾਨ ਨਾਲ ਹੀ ਹੋ ਗਿਆ ਨਾ, ਫਿਰ ਉੱਤੋਂ ਹੀ ਆਉਂਦਾ ਹੈ ਨਾ, ਅਸਮਾਨ ਤੋਂ ਹੀ ਆਉਂਦਾ ਹੈ ਬਦਲਾਂ ਚੋਂ। ਮੰਗਲਾ ਡੈਮ ਅਗਰ ਬਿਜਲੀ ਬਣਦੀ ਹੈ ਤੇ ਉਹਦਾ ਤਲਕ ਅਸਮਾਨ ਨਾਲ ਉਸ ਬਿਜਲੀ ਦਾ ਹੈ ਨਾ, ਕਿਉਂਕਿ ਪਾਣੀ ਉੱਤੋਂ ਹੀ ਆ ਰਿਹਾ ਨਾ, ਥੱਲੇ ਇਕੱਠਾ ਹੋ ਗਿਆ, ਇੱਥੇ ਵੀ ਟਕਰਾ ਰਿਹਾ ਤੇ ਬਿਜਲੀ ਬਣ ਰਹੀ ਹੈ, ਅਸਮਾਨ ਵਿੱਚ ਟਕਰਾਉਂਦਾ ਉੱਤੇ ਤੇ ਬਿਜਲੀ ਬਣਦੀ। ਕੋਈ ਲੱਗ ਮੈਨੂੰ ਜਿਹੜੀ ਸਾਇੰਸ ਥੋੜੀ ਜਿਹੀ ਸਮਝ ਮੇਰੀ ਕੰਮ ਅਕਲੀ ਵੀ ਹੈ ਨਾ। अस्सलाम वालेकुम आमर भाई। ਕੰਮ ਅਕਲ ਤੁਸੀਂ ਸਾਇੰਸ ਜੀ ਸਕਦੇ ਭਾਈ। ਕੋਈ ਨੁਕਸਾ ਅਗਰ ਮੈਂ ਦੇ ਦਿੱਤਾ ਸਮਝ ਤੇ ਆ ਗਿਆ ਹੋਣਾ ਤੁਹਾਨੂੰ। नहीं ते आमर भाई ये पानी थल्ले वाला ही नहीं उत्ते भी जांदा। ਆ ਜਿਹੜਾ ਅਸਮਾਨ ਤੋਂ ਬੱਦਲ ਆਉਂਦਾ ਉਹ ਵੀ ਥੱਲੇ ਉੱਤੇ ਜਾਂਦਾ ਤੇ ਉੱਤੋਂ ਥੱਲੇ ਆਉਂਦਾ ਨਾ। हाँ जी ਸਰਕਲ ਚੱਲ ਰਿਹਾ ਨਾ, ਥੱਲੇ ਉੱਤੇ ਜਾਂਦਾ ਫਿਰ ਥੱਲੇ ਆਉਂਦਾ। ਇਹ ਕਹਿੰਦੇ ਨੇ ਕਿ ਜਿਹੜਾ ਬੱਦਲ ਆਉਂਦਾ ਨਾ ਉਹ ਡਾਇਰੈਕਟ ਅਸਮਾਨ ਤੋਂ ਆਉਂਦਾ। अच्छा वो थल्ले वाला पानी जेड़ा उत्ते जांदा बारात पानी वो नहीं। ਹਾਲਾਂਕਿ ਬੱਦਲ ਜਿਹੜਾ ਨਾ, ਬੱਦਲ ਜਿਹੜਾ ਉਹਦੇ ਤੇ ਅਸਮਾਨ ਦੇ ਦਰਮਿਆਨ ਲੱਖਾਂ ਕਰੋੜਾਂ ਮੀਲਾਂ ਦਾ ਫਰਕ ਹੈ। ਇਹ ਪਤਾ ਜੇ ਬੱਦਲ ਤੇ ਜਹਾਜ਼ ਤੂੰ ਤਾਂ ਵੀ ਤੇ ਬੱਦਲ ਥੱਲੇ ਰਹਿ ਜਾਂਦੇ ਨੇ, ਅਸੀਂ ਉੱਤੇ ਟੁਰ ਜਾਂਦੇ ਹਾਂ। हाँ जी ਲੇਕਿਨ ਕਹਿੰਦੇ ਨੇ ਬੱਦਲ ਅਸਮਾਨ ਤੋਂ ਆਉਂਦੇ ਨੇ, ਬੱਦਲ ਦਾ ਤਲਕ ਅਸਮਾਨ ਨਾਲ ਹੈ ਤੇ ਪਾਣੀ ਜਿਹੜਾ ਮੰਗਲਾ ਡੈਮ 'ਚ ਉਹ ਬੱਦਲ ਨਾਲ ਆਇਆ ਤੇ ਲਿਹਾਜ਼ਾ ਅਸਮਾਨ ਨਾਲ ਤਲਕ ਹੈ। ਨਹੀਂ ਅਸੀਂ ਕਹਿੰਦੇ ਨਾ ਬੱਦਲ ਅਸਮਾਨ ਤੇ ਨਜ਼ਰ ਆ ਰਹੇ ਨੇ, ਅਸਮਾਨ ਉਹ ਕਰੋੜਾਂ ਮੀਲ ਦੂਰ ਹੁੰਦੇ ਨੇ, ਬਸ ਇੱਥੇ ਜਦੋਂ ਨਜ਼ਰ ਆਉਂਦੇ ਨੇ ਅਸਮਾਨ। ਇਹ ਆਮਿਰ ਭਾਈ ਉਹੀ ਸਾਇੰਸ ਹੈ, ਇਹ ਉਹ ਸਾਇੰਸ ਹੈ ਜਿਹੜੀ ਮੇਰੇ ਹਿਸਾਬ ਨਾਲ ਆਖੇ ਕਿ ਅਗਰ ਗੋਲੈਰੀ ਨੂੰ ਉਹਦੇ ਸਿਰ ਸੋਟਾ ਮਾਰ ਕੇ ਗੋਬਰ ਦੇ ਵਿੱਚ ਦਬਾਇਆ ਵੰਜੇ 10 ਮਿੰਟ ਤੋਂ ਬਾਅਦ ਫਿਰ ਸਿੰਦਾ ਇਹ ਉਹ ਸਾਇੰਸ ਹੈ। ਉਹ ਨਹੀਂ ਇਹ ਨਜ਼ੀਰ ਸਾਹਿਬ ਵਾਲੀ ਸਾਇੰਸ ਹੈ, ਜਿਹੜਾ ਬਿਲਾਲ ਨਜ਼ੀਰ ਸਾਹਿਬ ਕਹਿੰਦੇ ਨੇ ਨਾ ਬਈ ਦਾਵਾ ਹੈ ਨਹੀਂ ਪਰ ਹੈ ਨਬੀ। ਦਾਵਾ ਨਹੀਂ ਪਰ ਨਬੀ ਨੇ। हाँ दावा कोई नहीं। एक शेर मोहताज तवज्जो है। अच्छा ते इसमें नज़ीर हुण गाली फिर करनियां ने, हुण फिर सुनो शेर। गाला नहीं करदा। बदकारियां माकारियां मिर्ज़े उते खत्म हो गईयां। ਫਿਰ ਉਹ ਇਮਰਾਨ ਹੈ ਉਹ ਪਿਆਰੇ ਭਾਈਓ ਤੁਹਾਡੀ ਅਕਲ ਤੋਂ ਕੁਝ ਗੱਲਾਂ ਬਾਹਰ ਨੇ, ਤੁਹਾਡੀ ਅਕਲ ਉਹ ਬੈਠੇ ਨੇ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਕੋਈ ਪਿਆਰ ਮੁਹੱਬਤ ਇਖਲਾਕ ਵੀ ਸਿੱਖ ਲਓ। ਤੁਸੀਂ ਦਾਵਾ ਕਰਦੇ ਹੋ ਕਿ ਅਸੀਂ ਮੁਸਲਮਾਨ ਹਾਂ ਤੇ ਇਖਲਾਕ ਵੀ ਕਿਤੇ ਹੋਣੇ ਚਾਹੀਦੇ ਨੇ ਨਾਲ। ਨਹੀਂ ਉਹ ਵੈਸੇ ਹੀ ਉਹ ਪਤਾ ਇਸ ਲਈ ਸਵਾਰੀ ਨਾ ਹੋ ਸੀ ਨਾ ਤੇ ਤਾਂ ਉਹ ਕਹਿੰਦਾ ਮੈਨੂੰ ਮੌਕਾ ਮਿਲੇ ਗੱਲ ਕਰਨ ਦਾ। ਵੈਸੇ ਇਮਰਾਨ ਭਾਈ ਪੈਸੇ ਨਾ ਮਿਲਣ ਤੇ ਮੁਸਲਮਾਨ ਫਿਰ ਥੋੜਾ ਜਿਹਾ ਦਿਮਾਗ, ਪੈਸੇ ਨਾ ਮਿਲਣ ਤੇ ਮੁਸਲਮਾਨ ਫਿਰ ਥੋੜਾ ਜਿਹਾ ਦਿਮਾਗੀ ਤੌਰ ਤੇ ਥੋੜਾ ਸੁੰਦਾ ਹੋ ਜਾਂਦਾ ਹੈ। ਨਹੀਂ ਉੱਥੇ ਸ਼ਾਨ ਸੇ ਲੀਜ਼ੇ ਤੇ ਕੋਈ ਚੀਜ਼ ਦੇਖ ਲਈ ਉਸੀ ਨਾ, ਵੈਸੇ ਹੀ ਨਾ ਕਰੰਟ ਪੈ ਗਿਆ। ਹਾਂ ਪਤਾ ਨਹੀਂ ਕੋਈ ਹੈ। ਇਹ ਮੈਂ ਉੱਥੇ ਲੱਗਿਆ ਜਿਹੜਾ ਉਹ ਹੈ ਨਾ ਓਪੇਰਾ, ਤੇ ਓਪਰੇ ਦੇ ਵਿੱਚ ਔਰਤਾਂ ਬੈਠੀਆਂ ਤੇ ਮੈਨੂੰ ਨਜ਼ਰ ਨਹੀਂ ਆਇਆ, ਤੇ ਨਾਲ ਵਾਲੇ ਤੇ ਮੈਂ ਪੁੱਛਿਆ ਔਰਤਾਂ ਦੇ ਕੱਪੜੇ ਆ ਜਾਂ ਨੰਗੀਆਂ ਨੇ। ਨਜ਼ੀਰ ਸਾਹਿਬ ਤੁਸੀਂ ਨਾਜ਼ੁਬਿल्लाह हज़रत अली ਦੀ ਸੁਨਨਤ ਦੁਹਰਾ ਰਹੇ ਹੋ ਕਿ ਉਹਦੇ ਬਾਰੇ ਸੋਚ ਰਹੇ ਹੋ? नहीं एक लानती मिर्ज़ाइया ही बेगैरत ਉਹਦੀ ਗੱਲ ਸੁਣਾ ਰਿਹਾ। ਤੇ ਕੋਈ ਲਾਂਤੀ ਬਰੇਲਵੀ ਨਹੀਂ, ਵਾਹਬੀ ਬਰੇਲਵੀ ਲਾਂਤੀ ਹੈ ਸੀ ਕੋਈ ਨਜ਼ਰ ਆਉਂਦਾ ਹੈ? ਰਾਜਾ ਸਾਹਿਬ ਨੂੰ ਉੱਤੇ ਬੁਲਾਣੇ, ਉਹਨਾਂ ਨੂੰ ਪੁੱਛਣਾ ਰਾਜਾ ਸਾਹਿਬ ਤਾਂ ਜ਼ਰਾ ਗੱਲ ਦੱਸੋ। ਇਹ ਜਾਇਲਾਂ ਨਾਲ ਬੈਠ ਕੇ ਬੰਦਾ ਦਿਮਾਗ ਹੀ ਖਰਾਬ ਕਰਦਾ। ਨਹੀਂ ਨਹੀਂ ਨਾ ਯਾਰ, ਜਾਇਲਾਂ ਨਾਲ ਨਾ ਗੱਲ ਕਰੋ। ਆਮਿਰ ਮਲਕ ਇਮਰਾਨ ਯਾਰ ਜਾਇਲਾਂ ਨਾਲ ਮੱਥਾ ਨਹੀਂ ਮਾਰੀਦਾ। ਇਹ ਅਮਰ ਭਾਈ ਰਾਜਾ ਹੈ ਤੇ ਆਪਣਾ ਗਰਾਈ ਹੈ, ਪਰ ਪਤਾ ਨਹੀਂ ਇਹ ਥੜਕ ਕਿੰਜ ਗਏ ਆ। ਸਾਰਾ ਗਾਲਾਂ ਸਿਖਾ ਦੇ ਨਾ ਇਹਨਾਂ ਨੂੰ, ਥੋੜੀ ਇੱਕ ਲੈਣ ਕੁਰਾਨ ਦੀ ਪੜਾਓ ਤਾਂ ਕਿ ਕੁਰਾਨ ਪੜ੍ਹ, ਫਿਰ ਕੀ ਪਤਾ ਇਹਨੂੰ ਅਕਲ ਆ ਜਾਏ। ਮਾਰ ਗਏ ਨੇ ਇਹਨਾਂ ਨੂੰ। ਕਿਉਂ ਅਮਰ ਭਾਈ? ਇਹਨਾਂ ਨੂੰ ਇਹਨਾਂ ਦੇ ਵੱਡੇ ਮਾਰ ਗਏ ਨੇ। ਅੱਛਾ ਵੱਡੇ ਮਾਰ ਗਏ ਨੇ। ਨਹੀਂ ਇੱਕ ਦਿਨ ਮੈਂ ਇਹਨਾਂ ਦੀ ਕਹਾਣੀ ਸੁਣੀ ਸੀ, ਇਹਨਾਂ ਦੇ ਬਾਰੇ ਚ
ਇਹਨਾਂ ਦੀ ਜਮਾਤ ਦੇ ਹੀ ਬੰਦੇ ਪਏ ਕਹਿੰਦੇ ਸਨ ਕਿ ਨਹੀਂ ਇਹ ਰਾਜਾ ਸਾਹਿਬ ਜਿਹੜੇ ਆ ਨਾ ਇਹ ਜਵਾਨੀ ਵਿੱਚ ਅਹਿਮਦੀ ਹੋਏ ਨੇ, ਪਹਿਲਾਂ ਇਹ ਪਦੈਸ਼ੀ ਅਹਿਮਦੀ ਨਹੀਂ ਸਨ। ਉਹ ਦੂਜਾ ਰਾਜਾ ਤਾਲ ਮਨਾਨ ਦੇ ਬਾਰੇ ਸੁਣਿਆ ਹੋਣਾ? ਨਹੀਂ ਇਹਦੇ ਬਾਰੇ ਵਿੱਚ ਹੀ ਸੁਣਿਆ ਸੀ। ਨਹੀਂ ਨਹੀਂ ਨਹੀਂ, ਇਹਨੂੰ ਮੇਰੇ ਔਰ ਮਸਕੀਨ ਨੂੰ ਘੱਟ ਪਤਾ, ਇਹ ਮਾਤੜ ਟਮਾਤੜੀ ਹੈ। ਨਹੀਂ ਉਹ ਰਾਜਾ ਸਾਹਿਬ ਇਹੀ ਪਤਾ ਜਿਹੜਾ ਨਾ ਦਾ ਤਲਕ ਸਮਾਨ ਜਿਨ੍ਹਾਂ ਨੇ ਪਹਿਲੇ ਭਾਈ ਅਹਿਮਦੀਅਤ ਕਬੂਲ ਕੀਤੀ, ਜਿੰਨੇ ਵਾਕਿਆਤ ਨੇ ਨਾ ਜਿਨ੍ਹਾਂ ਨੇ ਹੁਣ ਸਾਰੇ ਪਏ ਨੇ ਵਾਕਿਆਤ ਸੁਣੋ, ਬੜੇ ਈਮਾਨ ਅਫਰੋਜ਼ ਨੇ ਬਈ। ਇਹ ਜਿਨ੍ਹਾਂ ਨੇ ਛੱਡੀ ਹੈ ਉਹਨਾਂ ਦੇ ਵੀ ਬੜੇ ਮਾਨ ਫਰੋਜ਼ ਨੇ, ਜਿਨ੍ਹਾਂ ਨੇ ਛੱਡੀ ਹੈ ਉਹਨਾਂ ਦੇ ਵੀ ਬੜੇ ਮਾਨ ਫਰੋਜ਼ ਨੇ। ਹਾਂ ਨਹੀਂ ਉਹ ਤੇ ਛੱਡਣ ਵਾਲੇ ਨਹੀਂ, ਜਿਹੜੇ ਇਹਨਾਂ ਨੇ ਮੰਨੀ ਹੈ ਉਹਨਾਂ ਦੇ ਪੜੋ ਨਾ ਤੇ ਈਮਾਨ ਤਾਜ਼ਾ ਹੋ ਜਾਂਦਾ। ਕਰੋ ਕੋਈ ਸੁਣਾਓ, ਹਾਂ ਕੋਈ ਐਸਾ ਵਾਕਿਆ ਤਾਜ਼ਾ ਕਰੀਏ ईमान। हाँ वो ईमान अफरोज है कि पहले वो सैकड़ा वाकयात ने, पहले कुड़ी देंदे ने कोई वाकयात नहीं, सारा झूठो झूठ चुतालिया फैलाए है। कोई वाकया कोई एक वाकया सुनाओ ताकि भाई बंदा आप ही सुनांदा है ना, जेड़ा बंदा मंदा है आप सुना रहे हो, उन्होंने किसी ने किया ते नहीं, आप बंदा है भी मैं इस तरह अहमदियत कबूल की थी, इस तरह ईमान अफरोज के खुदा ताला दा ताल्लुक पता चलता है, खुदा गाइड कर रहे हैं, खुदा रहनुमाई कर रहे हैं। क्या बात है, क्या बात है। खुदा जेड़ा है हक पहले कुड़ी देंदे ने कहंदे ने एक साल इकट्ठे रहो चंदा दियो ते है नहीं करके ईमान अफरोज चंदा नहीं दो भाई, आप ही मंदे ने। तुसी हुण असल जिद कर रहे हो ना, पता है ना, और कुछ नहीं। ਤੁਹਾਡੇ ਮੁਕੱਦਰ ਵਿੱਚ ਇਹ ਗੱਲਾਂ ਲਿਖੀਆਂ ਨੇ, ਤੁਸੀਂ ਜ਼ਿੱਦੀ ਹੋ, ਤੁਸੀਂ ਮਨ ਹੱਕ ਨੂੰ ਮੰਨ ਨਹੀਂ ਦੇਖਦੇ, ਅੱਖਾਂ ਨਾਲ ਕੰਨਾਂ ਨਾਲ ਸੁਣਦੇ ਆਂ ਵੀ ਬਲਾਲ ਨਜ਼ੀਰ ਸਾਹਿਬ ਬੋਲ ਰਿਹਾ, ਫਿਰ ਵੀ ਨਹੀਂ ਮੰਨਦੇ। ਬਲਾਲ ਨਜ਼ੀਰ ਸਾਹਿਬ ਕੱਲ ਜਿਹੜੀ ਜਰਮਨ ਦੇ ਵਿੱਚ ਇੱਕ ਕੁੜੀ ਨੇ ਜਮਾਤ ਛੱਡੀ ਹੈ, ਉਹਦੀ ਵੀਡੀਓ ਸੁਣੀ ਜੇ ਵੇਖੀ ਜੇ? ਕੋਈ ਅਸੀਂ ਨਹੀਂ ਕਹਿ ਰਹੇ ਨਹੀਂ ਛੱਡ ਜਾਂਦੇ ਵੀ, ਜਿਹੜੇ ਸੱਕ ਜਾਂਦੇ ਨੇ ਜਾਂਦੇ ਨਹੀਂ ਦਿੰਦੇ, ਜਮਾਤ ਦਾ ਖਿਲਾਫ ਕਰਦੇ, ਲੜਾਈਆਂ ਕਰਦੇ ਨੇ, ਦੁਨੀਆ ਮੰਗਦੇ ਨੇ, ਦੁਨੀਆਦਾਰੀ ਖੁਸ਼ ਰਹਿੰਦੇ ਨੇ, ਚਲੇ ਜਾਂਦੇ ਨੇ, ਇਹਦੇ ਚ ਕੀ ਗੱਲ ਹੈ? ਉਹ ਲੜਾਈਆਂ ਕਰਦੀ ਸੀ। ਮਕਸਦ ਹੈ ਇਹ ਨਾ, ਤਾਂ ਕੋਈ ਤਾਂ ਮਸਲਾ ਹੈ ਨਾ, ਜਮਾਤੀ ਨਿਜ਼ਾਮ ਨਾਲ ਨਹੀਂ ਚੱਲ ਸਕਦੇ, ਚੰਦੇ ਨਹੀਂ ਦੇ ਸਕਦੇ, ਲੜਾਈਆਂ ਵੈਸੇ ਕੋਈ ਈਮਾਨੀ ਕਮਜ਼ੋਰੀ ਹੋ ਜਾਂਦੀ, ਦੁਨੀਆ ਨੂੰ ਪਸੰਦ ਕਰ ਲੈਂਦੇ ਨੇ ਕਿ ਨਹੀਂ ਅਸੀਂ ਇਹ ਜਮਾਤ ਦੀ ਪਾਬੰਦੀ ਨਹੀਂ ਕਰਨੀ, ਦੀਨ ਦੇ ਕੰਮ ਨਹੀਂ ਕਰਨੇ, ਅਸੀਂ ਆਜ਼ਾਦ ਰਹਿਣਾ, ਨੱਚਣਾ ਕੁੱਦਣਾ, ਗਾਣੇ ਗਾਣੇ, ਫਿਲਮਾਂ ਬਣਾਉਣੀਆਂ ਨੇ, ਉਹਨਾਂ ਨੂੰ ਬਾਹਰ ਦੀ ਦੁਨੀਆ ਅੱਛੀ ਲੱਗਦੀ ਹੈ, ਉਹਦਾ ਟੁੱਟ ਜਾਂਦੇ ਨੇ। ਨਜ਼ੀਰ ਸਾਹਿਬ ਬਗੈਰ ਚੰਦੇ ਤੋਂ ਬੰਦਾ ਐਮਡੀ ਨਹੀਂ ਰਹਿ ਸਕਦਾ, ਐਮਡੀ ਨਹੀਂ ਰਹਿ ਸਕਦਾ ਬਗੈਰ ਚੰਦੇ ਤੋਂ ਬੰਦਾ। ਉਸ ਵੀਡੀਓ ਚੋਂ ਦੱਸ ਨਹੀਂ ਰਹਿ ਸਕਦਾ, ਉਸ ਵੀਡੀਓ ਚ ਦੱਸ ਰਹੀ ਹੈ, ਉਹਨਾਂ ਨੂੰ ਹੈ ਉਹ ਗੱਲ ਤੇ ਸੁਣ ਲਓ, ਉਸ ਵੀਡੀਓ ਚੋਂ ਦੱਸ ਰਹੀ ਹੈ ਕਿ ਮੈਂ 2 ਸਾਲ ਪਹਿਲਾਂ ਜਮਾਤ ਛੱਡੀ ਸੀ ਤੇ ਮੈਨੂੰ ਇਹ ਜੀਣ ਨਹੀਂ ਦੇ ਰਹੇ, ਮੈਨੂੰ ਇਹਨਾਂ ਤੰਗ ਕੀਤਾ ਹੋਇਆ ਵਾ। नहीं ये झूठ है, तो झूठ है, बिल्कुल पक्का झूठ। जमात तो कुछ भी नहीं करते, कोई छड़ के जावे या आवे, जमात तो कोई जबरदस्त दीन जबर नहीं है, आवे वेलकम, जावे कोई गल नहीं, जाओ जिथे मर्जी है, कोई किसी ते जबर नहीं है। कोई सियासी जमात कि जरदारी दी ते नवाज शरीफ दी ते नहीं है कि गुंडागर्दी है या ਉਹਦੇ ਖਿਲਾਫ ਜ਼ਰਦਾਰੀ ਦੀ ਤੇ ਨਵਾਜ਼ ਸ਼ਰੀਫ ਦੀ ਜਮਾਤ ਜਿਹੜੀ ਹੈ ਨਾ, ਉਹ ਮਸਰੂਰ ਦੀ ਜਮਾਤ ਨੂੰ 1000 ਦਰਜੇ ਬਿਹਤਰ ਹੈ। ਉਹ ਮਾਰ ਦੇਣਗੇ ਜਾਂ ਸਰ ਕਲਮ ਕਰਨਗੇ ਜਾਂ ਫੁੱਟਬਾਲ ਬਣਾਉਣਗੇ ਜਾਂ ਤੁਹਾਡੇ ਖਾਨਦਾਨ ਨੂੰ ਤਬਾਹ ਕਰ ਦੇਣਗੇ ਜਾਂ ਉਹਨਾਂ ਦੇ ਕਿਉਂਕਿ ਰਾਜ਼ ਖੁੱਲਣਗੇ। ਇੱਥੇ ਤੇ ਅੱਲਾ ਦੇ ਫਜ਼ਲ ਖੁਦਾ ਦੀ ਜਮਾਤ ਹੈ ਨੇ, तो कोई मसला नहीं है। ਜਿਹੜਾ ਇਹ ਕਹਿ ਰਿਹਾ ਹੈ ਨਾ ਨਜ਼ੀਰੇ ਕਿ ਉਹਨਾਂ ਬੰਦਿਆਂ ਤੋਂ ਪੁੱਛ ਜਿਨ੍ਹਾਂ ਨੇ ਅਹਿਮਦੀਅਤ ਕਬੂਲ ਕੀਤੀ, ਈਮਾਨ ਅਫਰੋਜ਼ ਜਿਹੜੇ ਵਾਕਿਆਤ ਉਹਨਾਂ ਦੇ ਚਾਹੁੰਦੇ ਕਿ ਮੈਂ ਉਹਨਾਂ ਦੇ ਦੱਸਦਾ, ਉਹਨਾਂ ਨੇ ਡਿੱਠੇ ਮਿਰਜ਼ਾ ਸਾਹਿਬ ਦੀ ਤਾਲੀਮ ਮਾਨਤਾ ਮਿੰਨੀ ਬੇ ਤੁਸੀਂ ਨਾ ਦੱਸੋ ਫਿਰ ਉਹਨਾਂ ਨੇ ਸੁਣੋ ਇੱਥੇ ਲਗਾਓ, ਉਹਨਾਂ ਨੇ ਡਿੱਠੇ ਨੇ ਉਹਨਾਂ ਦੇ ਇਲਹਾਮ, ਜਿਹੜਾ ਇਲਹਾਮ ਹੈ ਨਾ ਆਈ ਲਵ ਯੂ, ਇਹ ਅਸਲ ਈਮਾਨ ਅਫਰੋਜ਼ ਜਿਹੜਾ ਨਾ ਵਾਕਿਆ ਆਈ ਲਵ ਯੂ ਵਾਲਾ ਉਹ ਅੱਲਾ ਦਾ ਇਲਹਾਮ ਹੈ, ਬਿਲਕੁਲ ਅੱਲਾ ਦਾ ਕਲਾਮ ਹੈ, ਆਈ ਲਵ ਯੂ ਅੱਲਾ ਦਾ ਕਲਾਮ ਹੈ। ਅੱਛਾ ਉਹਦੇ ਤੇ ਇਤਰਾਜ਼ ਹੈ, ਅੱਲਾ ਦੇ ਇਲਹਾਮ ਤੇ ਤੁਹਾਨੂੰ ਇਤਰਾਜ਼ ਹੈ, ਹੱਸਣਾ ਟੱਕਾ ਕਰਨਾ ਅੱਲਾ ਦੀ ਗੱਲ ਤੇ ਬੇਸ਼ੱਕ ਤੁਹਾਨੂੰ ਖੁੱਲੀ ਇਜਾਜ਼ਤ। ਇੱਕ ਮਿੰਟ ਚੁੱਪ ਕਰੋ, ਅੱਲਾ ਦੀ ਗੱਲ ਹੋਇਆ ਤਾਂ ਮਲਕ ਇਮਰਾਨ, ਮਲਕ ਇਮਰਾਨ ਯਾਰ ਮੰਨਿਆ ਪਾਸਪੋਰਟ ਨਵਾਂ ਲੱਭਾ, ਮੈਨੂੰ ਗੱਲ ਕਰ ਲੈਣ। अच्छा पासपोर्ट मिल गया, इस वजह तो ये थोड़ा हो रहा है। मेरे जिन्ने इल्हाम मिर्जा साहब दे ने सारे खुदा दा कलाम मनना तू? जी बिल्कुल। ए तीन उस्तरे इतर की शीशी अल्लाह दा कलाम है? जी इल्हाम है तो अल्लाह दा कलाम है, क्यों नहीं भाई? अल्लाह इल्हाम है मिर्जा का जन दा, तीन उस्तरे इतर की शीशी, तीन उस्तरे हजारों इल्हाम लिखे देने अल्लाह दे इल्हाम ने। अच्छा दस्ते जाना ना, लाहौर में एक बेशर्म रहता, लाहौर में एक बेशर्म रहता, अल्लाह का कलाम है? जी अगर इल्हाम है तो बिल्कुल कलाम है जी।
इस कुत्ते का आखिरी दम है अल्लाह का कलाम है? जी हो सब बिल्कुल अल्लाह का कलाम होएगा, लगा इलाहम है ते। पेट फट गया अल्लाह का कलाम है? जी पेश ਇਹਦੇ ਚ ਪੇਸ਼ ਖਬਰੀਆਂ ਨੇ ਨਾ ਭਾਈਆ, ਇਹਦੇ ਚ ਕੀ ਗੱਲ ਹੋਊਗੀ, ਪੇਸ਼ ਖਬਰੀਆਂ ਨੇ पेश कभी ਕਿਸੇ ਦੇ ਬਾਰੇ ਚ ਹੈ। ਜਿਹੜੇ ਇਲਾਹਮ ਹੋਏ ਨੇ ਉਹਦੇ ਚ ਕੋਈ ਖਬਰ ਹੈ, ਉਹ 1 ਸਾਲ ਬਾਅਦ ਪੂਰੀ ਹੁੰਦੀ ਹੈ, ਘੰਟੇ ਬਾਅਦ ਹੁੰਦੀ ਹੈ, ਕਿਸੇ ਟਾਈਮ ਹੁੰਦੀ ਹੈ 10 ਸਾਲ ਬਾਅਦ, ਇੱਕ ਸਦੀ ਬਾਅਦ, 1000 ਸਾਲ ਬਾਅਦ, ਇਸ ਤਰ੍ਹਾਂ ਇਲਾਹਮ ਨੇ ਪੂਰੇ ਹੋਣਗੇ। आहो दो बकरियां ज़िबा हो गई, शैतान तज़बहा, ये अल्लाह हाँ का कलाम। बिल्कुल वो भी हाँ जी काबल ही होईਆਂ ਨੇ 2 ਬੱਕਰੀਆਂ ਜ਼ਬਾ। ਉਹ ਤੇ ਮਿਰਜ਼ਾ ਸਾਹਿਬ ਤੇ ਦੱਸਿਆ ਅਹਿਮਦ ਬੇਗ ਤੇ ਸੁਲਤਾਨ ਬੇਗ ਨੇ। ਉਹ 2 ਬੱਕਰੀਆਂ ਉਹ ਵੀ ਹਸਨ, ਇਹ ਵੀ ਕਿਹਦੇ ਤੇ ਪੂਰੀਆਂ ਹੋਈਆਂ ਨੇ ਇਸ ਤਰ੍ਹਾਂ। ਹਾਂ ਜੀ ਆ ਜਿਹਦੇ ਤੇ ਹੁੰਦੀਆਂ ਨੇ ਕਰ ਲੋ ਪੂਰੀਆਂ। 2 ਪੁੱਲ ਟੁੱਟ ਗਏ ਅੱਲਾਹ ਦਾ ਕਲਾਮ ਹੈ? ਪੁੱਲ ਟੁੱਟੇ ਨੇ ਜਾਂ ਟੁੱਟਣਗੇ ਜਾਂ ਕੋਈ ਹੋਏਗਾ ਤੇ ਅੱਲਾਹ ਦਾ ਕਲਾਮ ਹੈ। 35 36 41 55 ਅੱਲਾਹ ਦਾ ਕਲਾਮ ਹੈ? ਭਾਈ ਮੈਂ ਨਜ਼ੀਰ ਸਾਹਿਬ ਅਗਰ ਉਹ ਲਿਖਿਆ ਇਲਹਾਮ ਹੈ ਤੇ ਅੱਲਾਹ ਦਾ ਕਲਾਮ ਹੈ ਨਾ ਜੀ। ਬਿਲਕੁਲ ਇਹ ਕੀ ਗੱਲ, ਇਹਦੇ ਇਤਰਾਜ਼ ਕੀ ਹੈ? ਕਿਹੜੇ ਅੱਲਾਹ ਨੂੰ ਤੁਸੀਂ ਮੰਨਦੇ ਹੋ? ਨਦਾਰ ਦੋ ਭਈ ਅੱਲਾਹ ਜਬ ਅੱਲਾਹ ਕੋਈ ਗੱਲ ਦੱਸਦਾ ਹੈ, ਕੋਈ ਖਬਰ ਦਿੰਦਾ ਹੈ, ਤੁਸੀਂ ਕਿਹੜੇ ਅੱਲਾਹ ਨੂੰ ਮੰਨਦੇ ਹੋ? ਇਸ ਕੁੱਤੇ ਦਾ ਆਖਰੀ ਦਮ ਹੈ। ਕਿਹੜੇ ਕੁੱਤੇ ਦਾ ਆਖਰੀ ਦਮ ਹੈ? ਇਹ ਹੁਣ ਕਿਹਦੇ ਬਾਰੇ ਚ ਕਿ ਪੂਰਾ ਹੋ ਗਿਆ ਜਾਂ ਹੋਏਗਾ ਜਾਂ ਕੀ ਹੈ ਉਹਦੇ ਲਿਖਿਆ ਦਾ? ਕੁੱਤਾ ਹੈ, ਜਾਂ ਦੱਸਿਆ ਜਾਂਦਾ ਹੈ ਕੁੱਤਾ ਹੈ, ਇਲਾਮ ਪੂਰੇ ਹੋ ਗਏ ਨੇ, ਉਹ ਮੇਰੇ ਸਾਹਿਬ ਨੇ ਜ਼ਿਕਰ ਕਰ ਦਿੱਤੇ ਆ ਇਲਾਮ ਹੋਇਆ ਪੂਰਾ ਹੋ ਗਿਆ, ਕੁਛ ਨਹੀਂ ਹੋਏ ਕੁਛ ਹੋਣਗੇ। ਇਹ ਅੱਲਾਹ ਦਾ ਕਲਾਮ ਹੈ। ਕੁੱਤਾ ਹੈ ਕੁੱਤੇ ਕੀ ਅਦਦ ਪਰ ਮਰੇਗਾ। ਆ ਭੁੱਟੋ ਦੇ ਬਾਰੇ ਚ ਸੀ। ਭੁੱਟੋ ਦੇ ਉਦੋਂ ਜੰਮਿਆ ਵੀ ਨਹੀਂ ਜਦੋਂ ਮਿਰਜ਼ਾ ਕਦਿਆਨੀ ਨੂੰ ਇਲਹਾਮ ਹੋਇਆ ਸੀ ਕੁੱਤਾ ਹੈ ਕੁੱਤੇ ਕੀ ਅਦਦ ਪਰ ਮਰੇਗਾ। ਇਹ ਮੈਂ ਕਿਹਾ ਭੁੱਟੋ ਦੇ ਬਾਰੇ ਚ ਹੈ ਇਲਾਮ ਦੇ, ਭੁੱਟੋ ਦੇ ਬਾਰੇ ਯਾਰ ਭੁੱਟੋ ਦੇ ਬਾਰੇ ਨਹੀਂ, ਜੰਬਾ ਕਰੋ ਨੂੰ ਪੁੱਛੋ ਨੇ ਬਸ਼ੀਰੁদ্দিন ਮਹਿਮੂਦ ਅਹਿਮਦ ਦੇ ਬਾਰੇ। ਉਹ ਤੇ ਉਹਨਾਂ ਨੂੰ ਅੱਛਾ, ਉਹ ਤੇ ਬਾਕੀ ਮਾਮਲੇ ਛੱਡ ਦਿਓ, ਉਹ ਛੱਡ ਦਿਓ। ਆ ਗਿਆ ਯਾਰ ਕੀ ਤੁਹਾਡੀ ਮਤਲਬ ਘਾਹ ਖਾਂਦੇ ਹੋ ਜਾਂ ਕੀ ਖਾਂਦੇ ਹੋ ਤੁਸੀਂ? ਚਲੋ ਸਿਸਟਰ ਆਈ ਨੇ, ਇਹਨਾਂ ਦੀ ਗੱਲ ਕਰ ਲੈਂਦੇ ਹੋ। 1 ਮਿੰਟ ਖਾਮੋਸ਼ੀ ਨਾਲ ਸੁਣੋ ਫਿਰ ਜਰਾ ਗੱਲ। ਮੈਂ ਜਰਾ ਡਰਾਈਵ ਕਰ ਰਿਹਾ ਤੇ ਤੁਸੀਂ ਗੱਲ ਕਰੋ ਜੀ, ਅੱਛੀਆਂ ਗੱਲਾਂ ਕਰੋ। ਅੱਜ ਉਹ ਕੀ ਹੈ ਮਿਰਾਜ ਦਾ ਵਾਕਿਆ ਹੋਇਆ ਤੇ ਉਹਦੇ ਬਾਰੇ ਕੋਈ ਆਵੇਂ ਨਜ਼ੀਰ ਸਾਹਿਬ ਮਿਰਾਜ ਦੇ ਵਾਕਿਏ ਦੇ ਬਾਰੇ ਚ ਕੋਈ ਜ਼ਿਕਰ ਕਰੋ। ਮਿਰਾਜ ਦਾ ਵਾਕਿਆ ਜਿਹੜਾ ਨਬੀ ਪਾਕ ਨੂੰ ਅੱਲਾਹ ਤਾਲਾ ਨੇ ਜਿਸਮਾਨੀ ਮਿਰਾਜ ਕਰਾਇਆ ਤੇ ਜਿਸਮਾਨੀ ਸੀ ਜਾਂ ਕੀ ਸੀ? ਜਿਸਮਾਨੀ ਸੀ, ਲੇਕਿਨ ਮਿਰਜ਼ਾਈ ਜਿਹੜੇ ਨੇ ਮਸਜਿਦ ਅਕਸਾ ਜਿਹੜੇ ਇਮਾਮਤ ਕਰਾਈ ਹੈ, ਮਸਜਿਦ ਅਕਸਾ ਕਾਦੀਆਨ ਸੀ ਜਿਹਦੇ ਅੰਬਿਆ ਦੀ ਇਮਾਮਤ ਹਜ਼ੂਰ ਸੱਲੱਲਾਹੁ अलैहि वसल्लम ने कराई है।